ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਧਕ ਸਾਧਨ ਕਛੂ ਨਹੀਂ, ਨਾਥ ਸਿੱਧ ਨਾਹਿ ਕੋਇ। ਪ੍ਰਮਾਣ ਪ੍ਰਮਾਤਾ ਕੋ ਕਹੈ, ਅਨਾਥ ਪਰਮੇਯ ਨਾ ਹੋਇ। ਸਾਧਕ ਸਾਧਨ ਕਛੂ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਸਤਵਾਂ ਵਿਸਰਾਮ ਸਮਾਪਤੀ ਤੇ ਪਹੁੰਚ ਰਿਹਾ ਹੈ। 16 ਦੌਰੇ ਹੋ ਚੁੱਕੇ ਆ। ਜੇ ਸਮਝਿਆ ਜਾਵੇ ਤਾਂ ਇਹ ਜਿਹੜਾ ਸਤਵਾਂ ਵਿਸਰਾਮ ਆ ਕਠਿਨ ਵੀ ਆ ਤੇ ਗਿਆਨ ਵਿੱਚ ਵੀ ਬਹੁਤ ਸਮਰੱਥ ਹੈ। ਆਪਾਂ ਪਿੱਛੇ ਜੀਵ ਦੇ ਜਿਹੜੇ ਅਵਸਥਾ ਕਰਕੇ ਨਾਮ ਪੈਂਦੇ ਆ ਉਹ ਆਪਾਂ ਸਰਵਣ ਕੀਤੇ ਆ ਵੀ ਜੋ ਜੀਵ ਦੀਆਂ 4 ਅਵਸਥਾ ਜਾਗਰਤ, ਸੁਬਨ, ਸੁਖੋਪਤੀ ਤੇ ਤੁਰੀਆ, ਤਿੰਨਾਂ ਵਿੱਚ ਜੀਵ ਦਾ ਵੱਖੋ ਵੱਖਰਾ ਨਾਮ ਪੈਂਦਾ। ਜਾਗਰਤ ਵਿੱਚ ਵਿਸ਼ਵ ਨਾਮੇ ਜੀਵ ਹੋ ਜਾਂਦਾ। ਸੁਪਨ ਅਵਸਥਾ ਦਾ ਜੋ ਮਾਲਕ ਅਭਿਮਾਨੀ ਜੀਵ ਆ ਉਹ ਤੈਜਸ, ਤੇ ਸੁਖੋਪਤੀ ਦਾ ਅਭਿਮਾਨੀ ਜੀਵ ਪ੍ਰਾਗਯ ਨਾਮੇ ਜੀਵ ਹੈ। ਚੌਥੀ ਤੁਰਿਆ ਅਵਸਥਾ ਅੰਤਰ ਸੁਣਨ ਬਾਹਰ ਸੁਣਨ, ਜਿੱਥੇ ਤੂੰ ਮੈਂ ਕੁਝ ਵੀ ਨਹੀਂ ਹੈ, ਹੋਣਾ ਨਾ ਹੋਣਾ ਕੁਝ ਵੀ ਨਹੀਂ। ਇਹ ਆਪਾਂ 2 ਦੌਰਿਆਂ ਦੀ ਵਿਚਾਰ ਪਿੱਛੇ ਕੀਤੀ ਸੀ। ਅੱਜ 17ਵਾਂ ਦੌਰਾ ਕਰਨ ਲੱਗੇ ਹਾਂ, ਜਿਹਦੇ ਵਿੱਚ ਤ੍ਰਿਕਟੀ ਜਾਂ ਤ੍ਰਿਪਟੀ ਦੀ ਵਿਚਾਰ ਆਏਗੀ। ਆਓ ਆਪਾਂ ਪੜ੍ਹੀਏ। ਸਾਧਕ ਸਾਧਨ ਕਛੂ ਨਹੀਂ, ਸਾਧਕ ਦੇ ਧੱਦੇ ਨੂੰ ਸਿਆਰੀ ਹੈ। ਉਸ ਅਵਸਥਾ ਵਿੱਚ ਅਥਵਾ ਸਰੂਪ ਵਿੱਚ, ਭਾਵ ਮੇਰੇ ਆਤਮ ਸਰੂਪ ਵਿੱਚ ਸਾਧਕ ਕਹੀਏ ਜਿਹੜਾ ਸਾਧਨਾ ਕਰਨ ਵਾਲਾ, ਸਾਧ ਕਹੀਏ ਸਾਧਨ ਕਾ ਨਾਮ ਕਰਨ ਵਾਲਾ। ਜੋ ਸਾਧਨਾ ਕਰਨ ਵਾਲਾ ਉਹ ਕੀ ਸਾਧਨਾ ਕਰਨ ਵਾਲਾ ਮਨ ਹੁੰਦਾ ਜਾਂ ਜਗਿਆਸੂ ਹੁੰਦਾ। ਸੌਖਾ ਸਮਝ ਲਓ ਜਗਿਆਸੂ। ਸਾਧਕ ਸਾਧਨਾ ਕਰਨ ਵਾਲਾ ਇੰਨਾ ਹੀ ਆ। ਸਾਧਕ ਦਾ ਅਰਥ ਇੰਨਾ ਹੀ ਆ, ਸਾਧਨਾ ਕਰਨ ਵਾਲਾ। ਉਹ ਕੀ ਜਗਿਆਸੂ ਹੀ ਕਰੂਗਾ ਜਾਂ ਮਨ ਰੂਪੀ ਜਗਿਆਸੂ ਕਰੂਗਾ। ਹਾਂਜੀ, ਤੇ ਉਸ ਅਵਸਥਾ ਵਿੱਚ ਸਾਧਨਾ ਕਰਨ ਵਾਲਾ ਸਾਧਕ ਭਾਵ ਜਗਿਆਸੂ। ਫਿਰ ਸਾਧਨ ਕਿਹਨੂੰ ਕਿਹਾ ਜਾਂਦਾ? ਉਹ ਕੀ ਹੈ? ਵੈਰਾਗ, ਵਿਵੇਕ, ਖਟ ਸੰਪਤੀ, ਮੋਖ ਇੱਛਾ, ਇਹ ਸਾਧਨ ਹੀ ਆ। ਬਹਿਰੰਗ ਤੇ ਅੰਤਰੰਗ ਅੰਗ, ਸਰਵਣ ਮੰਨਣ ਨਿਧਿਆਸਨ, ਤਤਵੰਗ ਦਾ ਸੋਧਨ, ਇਹ ਅੰਤਰੰਗ ਸਾਧਨ ਆ। ਤੇ ਬਹਿਰੰਗ ਸਾਧਨ ਆ ਜਿਹੜੇ ਆਪਾਂ ਹੁਣੇ ਵੈਰਾਗ, ਵਿਵੇਕ, ਖਟ ਸੰਪਤੀ, ਮੋਖ ਇੱਛਾ ਭਾਵ ਜਗਿਆਸਾ, ਇਹ ਆਦਿ ਸਾਧਨ ਆ। ਹਾਂਜੀ, ਇਹ ਮੇਰੇ ਉਸ ਸਰੂਪ ਵਿੱਚ ਨਹੀਂ ਹਨ। ਹੈ ਗੁਰੂ ਜੀ, ਜਾਂ ਗੁਰੂ ਵੱਲੋਂ ਹੀ ਇਹ ਕਹਿਣਾ ਹੈ ਵੀ ਸਿੱਖ ਤੇਰੇ ਉਸ ਸਰੂਪ ਵਿੱਚ, ਆਤਮ ਸਰੂਪ ਵਿੱਚ ਸਾਧਕ ਸਾਧਨਾ ਕਰਨ ਵਾਲਾ, ਭਾਵੇਂ ਜਗਿਆਸੂ ਹੀ ਕਰਦਾ ਜਾਂ ਮਨ ਦੀ ਹੀ ਸਾਧਨਾ ਹੁੰਦੀ ਆ। ਆਤਮ ਸਰੂਪ ਵਿੱਚ ਕੋਈ ਸਾਧਨਾ ਨਹੀਂ ਹੈ, ਕਿਉਂਕਿ ਸਾਧਨਾ ਕਰਨ ਵਾਲਾ ਮਨ ਤੇ ਸਾਧਨਾ ਦੇ ਰਾਹੀਂ ਹੀ ਉਹ ਆਤਮ ਸਰੂਪ ਪ੍ਰਾਪਤ ਹੁੰਦਾ। ਤੇ ਆਤਮ ਸਰੂਪ ਨੂੰ ਪ੍ਰਾਪਤ ਕਰਨਾ ਬਸ, ਉਹਦੇ ਵਿੱਚ ਨਹੀਂ ਹੈ ਕੁਝ, ਨਾ ਚ ਸਾਧਨਾ ਨਾ ਚ ਸਾਧਕ ਪੁਣਾ ਹੀ।
ਨਾਥ ਸਿੱਧ ਨਾਹੀ ਕੋਈ, ਨਾਹੀ ਨੌ ਨਾਥਾਂ ਵਿੱਚੋਂ ਕੋਈ ਕੀਏ ਕੋਈ ਨਾਥ, ਤੇਰੇ ਸਰੂਪ ਵਿੱਚ ਆ ਨਾਥ ਪੁਣਾ ਨਾ। ਜੋ ਸਿੱਧ ਕਹੀਏ ਸਿੱਧ ਨੂੰ ਪ੍ਰਾਪਤ ਕਰਨ ਵਾਲਾ, ਸਿੱਧ ਸ਼ਕਤੀਆਂ ਵਾਲਾ ਸਿੱਧ, ਜਾਂ 84 ਸਿੱਧਾਂ ਵਿੱਚ ਕੋਈ ਸਿੱਧ ਹੈ ਤੇਰੇ ਸਰੂਪ ਵਿੱਚ, ਉੱਚ ਭਾਗ ਸਿੱਧ ਪੁਣਾ ਵੀ ਨਹੀਂ, ਨਾਥ ਪੁਣਾ ਵੀ ਨਹੀਂ। ਗ੍ਰੰਥ ਕਰਤਾ ਕਵੀ ਨਾਥ ਜੀ ਇਹ ਕਹਿੰਦੇ ਆ ਵੀ ਸਿੱਧ ਕਹੀਏ ਜਿਹੜੀ ਚੀਜ਼ ਨੂੰ ਸਿੱਧ ਕਰਨਾ ਪ੍ਰਾਪਤ ਹੋਣ ਵਾਲੀ ਵਸਤੂ ਹੈ, ਸ਼ਕਤੀ, ਸਿੱਧੀ ਨੂੰ ਪ੍ਰਾਪਤ ਕਰਨ ਵਾਲਾ ਸਿੱਧ, ਸ਼ਕਤੀ ਨੂੰ ਪ੍ਰਾਪਤ ਕਰਨ ਵਾਲਾ ਸਿੱਧ। ਤੇ ਜਾਂ ਸਿੱਧ ਦਾ ਅਰਥ ਹੁੰਦਾ ਵਾ ਪ੍ਰਾਪਤ ਕਰਨ ਵਾਲਾ। ਕੀ ਪ੍ਰਾਪਤ ਕਰਨ ਵਾਲਾ? ਜੋ ਸਾਧੇ ਹੈ, ਸਾਧੇ ਕੀ ਬ੍ਰਹਮ, ਸਾਧੇ ਹੈ ਬ੍ਰਹਮ, ਤੇ ਬ੍ਰਹਮ ਨੂੰ ਪ੍ਰਾਪਤ ਕਰਨ ਵਾਲਾ ਕੀ ਆ ਸਿੱਧ। ਉਸ ਵਿੱਚ ਤੇਰੇ ਆਤਮ ਸਰੂਪ ਵਿੱਚ ਇਹ ਤ੍ਰਿਪੁਟੀ ਵੀ ਨਹੀਂ ਹੈ, ਕਿਉਂਕਿ ਤ੍ਰਿਪੁਟੀ ਜਿਹੜੀ ਆ ਨਾ ਉਹ ਜੀਵ ਦੀ ਆ, ਬ੍ਰਹਮ ਦੀ ਨਹੀਂ ਹੈ। ਤ੍ਰਿਪੁਟੀ ਕਿਹਨੂੰ ਕਿਹਾ ਜਾਂਦਾ? ਤ੍ਰਿਪੁਟੀ ਕਿਹਨੂੰ ਕਿਹਾ ਜਾਂਦਾ? ਸਾਧਨ ਸਾਧਕ ਤੇ ਸਾਧਕ ਸਾਧਨ ਸਾਧੇ ਤ੍ਰਿਪੁਟੀ ਹੁੰਦੀ ਹੈ। ਪਰਮਾਤਾ ਪ੍ਰਮਾਣ ਪਰਮੇਸ਼ਰ ਆਤਾ ਧਿਆ, ਤੇ ਇਹਨੂੰ ਤ੍ਰਿਪੁਟੀ ਤੇ ਤ੍ਰਿਪੁਟੀ ਇਹ ਕੀ ਗੱਲ ਆ? ਮਤਲਬ ਇਹ ਤ੍ਰਿਪੁਟੀ ਜਿਹੜੀ ਜੀਵ ਦੀ, ਧਿਆਨ ਲਾਉਣ ਵਾਲਾ ਵੀ, ਧਿਆਨ ਲਾਉਣਾ ਵੀ ਜੀਵ ਪੁਣੇ 'ਚ ਆ। ਤੇ ਜਿਸ ਚੀਜ਼ ਦਾ, ਜਿਸ ਧਿਆਨ ਦੇ ਦੁਆਰਾ ਗ੍ਰੰਥਾਂ ਰਾਹੀਂ, ਚਾਹੇ ਆਪਣੇ ਸਮਾਧੀ ਦੇ ਰਾਹੀਂ, ਤੇ ਜਿਸ ਧਿਆਨ ਦੇ ਦੁਆਰਾ ਜਿਸ ਕਈ ਜਿਸ ਵਿੱਚ ਲਾਉਣਾ, ਉਹ ਲਾਉਣਾ ਕਹਿੰਦੇ ਜੀਵ ਨੇ ਲਾਉਣਾ, ਬ੍ਰਹਮ ਨੇ ਥੋੜ੍ਹੀ ਲਾਉਣਾ। ਇਹ ਜੀਵ 'ਚ ਤ੍ਰਿਪੁਟੀ ਆ, ਤ੍ਰਿਪੁਟੀ ਆ ਭਾਵ ਇਹ ਤੇਰੇ ਮੇਰੇ ਸਿੱਖ ਤੇਰੇ ਸਰੂਪ 'ਚ ਨਹੀਂ ਆ, ਜਾਂ ਸਿੱਖ ਕਹਿ ਰਿਹਾ ਹੈ ਗੁਰੂ ਤੁਹਾਡੀ ਕਿਰਪਾ ਨਾਲ ਮੈਂ ਜਾਣਿਆ ਵੀ ਇਹ ਮੇਰੇ ਸਰੂਪ ਵਿੱਚ ਬਿਲਕੁਲ ਹੀ ਸਾਧਕ ਸਾਧਨ ਸਾਧੇ ਪੁਣਾ ਨਹੀਂ ਹੈ। ਸਾਧਕ ਸਾਧਨਾ ਕਰਨ ਵਾਲਾ, ਤੇ ਸਾਧਨ ਜਿਸ ਸਾਧਨ ਦੇ ਦੁਆਰਾ, ਸਾਧੇ ਕਹੀਏ ਜਿਸ ਨੂੰ ਪ੍ਰਾਪਤ ਕਰਨਾ, ਜਿਸ ਸਾਧਨ ਦੇ ਦੁਆਰਾ, ਜਿਸ ਦੇ ਵਿੱਚ ਜਿਸ ਨੂੰ ਸਾਧਨਾ ਹੈ ਪ੍ਰਾਪਤ ਕਰਨਾ, ਉਹ ਜੀਵ ਦੀ ਤ੍ਰਿਪੁਟੀ ਆ, ਬ੍ਰਹਮ ਦੀ ਨਹੀਂ। ਅੱਗੇ ਇਹਦਾ ਹੋਰ ਖੁਲਾਸਾ ਹੋ ਹੀ ਰਿਹਾ। ਪਰਮਾਤਾ ਪ੍ਰਮਾਣ ਪਰਮਾਤਾ ਕੋ ਕਹੈ, ਉਥੇ ਜਿਹੜਾ ਪ੍ਰਮਾਣ ਕਹੀਏ ਗਿਆਨ ਆ, ਪਰਮਾਤਾ ਕਹੀਏ ਜਿਹੜਾ ਗਿਆਤਾ ਵਾ, ਪਰਮੇਹ ਕਹੀਏ ਜਿਹੜਾ ਗੇ। ਮਤਲਬ ਪਰਮਾਤਾ ਪ੍ਰਮਾਣ ਪਰਮਾਤਾ ਪਰਮੇਹ, ਜਾਂ ਜਿਵੇਂ ਗਿਆਤਾ ਗਿਆਨ ਗੇ, ਪਰਮਾਤਾ ਪ੍ਰਮਾਣ ਪਰਮੇਹ, ਧਿਆਤਾ ਧਿਆਨ ਤੇ। ਹਾਂਜੀ, ਹੁਣ ਇੱਥੇ ਆਪਣਾ ਤਿੰਨਾਂ ਦਾ ਕਥਨ ਆਉਣ ਡਿਆ ਵਾ, ਆਪਾਂ ਉਹਦਾ ਹੀ ਲੈਣਾ, ਦੂਜੇ ਵੱਲ ਨਹੀਂ ਜਾਣਾ, ਜੋ ਆਇਆ ਉਹ ਕਰਨਾ। ਪਰਮਾਣ ਪਰਮਾਤਾ ਕੋ ਕਹੈ, ਵੀ ਕੋ ਦਾ ਅਰਥ ਕੋਈ ਕਹਿ ਨਹੀਂ ਸਕਦਾ, ਕੋਈ ਕਹੇ ਕਿ ਕੀ ਕਹੇ। ਪਰਮਾਤਾ ਦਾ ਪ੍ਰਮਾਣ ਬਾਰੇ, ਉਸ ਰੂਪ ਵਿੱਚ, ਉਹਦੇ ਵਿੱਚ ਪਰਮਾਤਾ ਪ੍ਰਮਾਣ ਵੀ ਕੋਈ ਕੀ ਕਹੇ। ਅਨਾਥ, ਅਨਾਥ ਕੇ ਅਰਥ ਵੀ ਅਨਾਥਪੁਰੀ ਕਵੀ ਜੀ ਕਹਿੰਦੇ ਆ ਵੀ ਜਿਹੜਾ ਪਰਮੇਹ ਆ ਨਾ, ਉੱਥੇ ਪਰਮੇਹ ਵੀ ਨਹੀਂ ਹੋ ਸਕਦਾ ਹੈ ਤੇਰੇ ਆਤਮ ਸਰੂਪ ਵਿੱਚ। ਉਸ ਆਤਮ ਸਰੂਪ ਵਿੱਚ ਪਰਮਾਤਾ ਪ੍ਰਮਾਣ ਪਰਮੇਹ ਆਦਿਕ ਜਿਹੜਾ ਵਾ, ਧਿਆਤਾ ਧਿਆਨ ਤੇ ਗਿਆਤਾ ਗਿਆਨ ਗੇ, ਕੋ ਕਹੈ ਵੀ ਕੌਣ, ਕੋ ਦਾ ਕੌਣ, ਜਾਂ ਕੋਈ ਕੀ ਕਹਿ ਸਕਦਾ, ਜਾਂ ਕੌਣ ਕਹਿ ਸਕਦਾ ਹੈ ਭਾਵ ਕੋਈ ਨਹੀਂ ਕਹਿ ਸਕਦਾ। ਇਹ ਤ੍ਰਿਪੁਟੀ ਵੀ ਉਸ ਵਿੱਚ ਨਹੀਂ ਹੁੰਦੀ ਤੇਰੇ ਸਰੂਪ ਵਿੱਚ, ਇਹ ਜੀਵ ਪੁਣੇ ਵਿੱਚ ਆ। ਪਰਮਾਤਾ ਹੁੰਦਾ ਵਾ ਸਾਧ ਸੰਗਤ ਜੀ ਜਾਣਨ ਵਾਲਾ, ਮਤਲਬ ਗਿਆਤਾ ਪਰਮਾਤਾ ਧਿਆਤਾ,
ਇੱਕ ਹੀ ਰੂਪ ਵਾ। ਤੇ ਪਰਮਾਤਮਾ ਦਾ ਅਰਥ ਹੁੰਦਾ ਜਾਣਨ ਵਾਲਾ, ਪ੍ਰਮਾਣ ਦਾ ਅਰਥ ਹੁੰਦਾ ਜਨਾਉਣ ਵਾਲਾ। ਜਿਹੜੇ ਪ੍ਰਮਾਣ ਦੇ ਰਾਹੀਂ ਜਾਣੀਏ ਉਹ ਹੁੰਦਾ ਪ੍ਰਮਾਣ। ਪਰ ਜਨਾਉਣ ਵਾਲਾ ਸਾਧਨ ਹੈ। ਤੇ ਪਰਮੇਹ ਹੁੰਦਾ ਜਿਸ ਨੂੰ ਜਾਣਨਾ। ਉਦਾਹਰਨ ਇਹਦੀ ਇੱਦਾਂ ਦਿੰਦੇ ਵਿਦਵਾਨ, ਸੌਖਾ ਜੇ ਆਪਾਂ ਹੋਰ ਵੀ ਦੇਵਾਂਗੇ। ਇੱਕ ਤੇ ਇਹ ਆ ਵੀ ਜੇਕਰ ਜਿਹੜਾ ਵਿਗਿਆਨੀ ਆ ਉਹਨੇ ਮਾਈਕਰੋਸਕੋਪ ਦੁਆਰਾ ਜਿਹੜਾ ਸ਼ੀਸ਼ਾ ਦਾ ਦਹੀਂ 'ਚ ਬੈਕਟੀਰੀਆ ਵੇਖਣੇ ਆ, ਜਿਹੜੇ ਬੈਕਟੀਰੀਆ ਵਿਸ਼ਾਣੂ ਜਿਹੇ ਜਿਹੜੇ ਹੁੰਦੇ ਦਹੀਂ 'ਚ, ਤਾਂ ਵਿਗਿਆਨੀ ਨੂੰ ਕਹੀਦਾ ਪਰਮਾਤਾ। ਜਿਹੜਾ ਵੇਖਣ ਵਾਲਾ ਉਹ ਪਰਮਾਤਾ ਹੋ ਗਿਆ, ਵਿਗਿਆਨੀ ਪਰਮਾਤਾ ਹੋ ਗਿਆ। ਤੇ ਮਾਈਕਰੋਸਕੋਪ ਕੀ ਹੋ ਗਿਆ, ਜਿਹੜਾ ਸ਼ੀਸ਼ਾ ਜਿਹਾ ਉਹ ਹੋ ਗਿਆ ਪ੍ਰਮਾਣ, ਕਿਉਂਕਿ ਉਹਦੇ ਦੁਆਰਾ ਪਰਮਾਤਾ ਕਹੀਏ ਜਾਣਨ ਵਾਲਾ ਭਾ ਵਿਗਿਆਨੀ, ਤੇ ਮਾਈਕਰੋਸਕੋਪ ਜੋ ਜਨਾਉਣ ਵਾਲਾ ਸਾਧਨ ਆ ਉਹ ਕੀ ਪ੍ਰਮਾਣ ਹੋ ਗਿਆ ਮਾਈਕਰੋਸਕੋਪ ਸ਼ੀਸ਼ਾ। ਤੇ ਜਿਹਨੂੰ ਜਾਣਨਾ ਉਹ ਕੀ ਬੈਕਟੀਰੀਆ, ਉਹ ਹੋ ਗਈ ਪਰਮੇਹ। ਠੀਕ ਆ। ਇੰਝ ਜਗਿਆਸੂ ਦਾ ਅੰਤ ਹੈ ਕਰਨ ਕੀ ਆ ਪਰਮਾਤਾ। ਠੀਕ ਹੈ। ਅੰਤ ਕਰ ਰਹੀ ਜਾਣ ਜਾਂਦਾ ਨਾ, ਅੰਤਿਆਕਾਲ ਤੋਂ ਬਿਰਤੀ ਉੱਠਣੀ ਹੈ। ਤੇ ਸ਼ਾਸਤਰ ਕੀ ਹੋ ਗਿਆ ਪ੍ਰਮਾਣ, ਸ਼ਾਸਤਰ ਦੁਆਰਾ ਹੀ ਜਾਣਨਾ ਪਰਮੇਸ਼ਰ ਨੂੰ, ਗ੍ਰੰਥ ਦੁਆਰਾ ਹੀ ਜਾਣਨਾ, ਸ਼ਾਸਤਰ ਪ੍ਰਮਾਣ ਹੋ ਗਿਆ। ਤੇ ਬ੍ਰਹਮ ਕੀ ਪਰਮੇਹ ਹੋ ਗਿਆ। ਠੀਕ ਹੈ ਜੀ, ਸੌਖਾ ਹੀ ਆ। ਇਹਦੇ ਵਿੱਚ ਕੋਈ ਐਡੀ ਹੁਣ ਜਿਹਦੇ ਦਾ ਵਿਚਾਰ ਸਾਗਰ ਜੇ ਤੇ ਪਾਗਲ ਹੋ ਜਾਈਦਾ ਪੜ੍ਹ ਕੇ, ਤਾਂ ਸੌਖਾ ਇਹੀ ਤਰੀਕਾ। ਪੰਜਵੀਂ ਰੁੱਤ 'ਚ ਵੀ ਆਉਂਦਾ, ਇਤਿਹਾਸ ਦੀ ਕਥਾ ਕਰਦੇ ਹਾਂ ਦਸਵੇਂ ਪਾਤਸ਼ਾਹ ਦੀ, ਪੰਜਵੀਂ ਰੁੱਤ 'ਚ ਵੀ ਆਉਂਦੇ ਪਰਮਾਤਾ ਪ੍ਰਮਾਣ ਪਰਮੇਹ। ਮਤਲਬ ਪਰਮਾਤਾ ਹੋ ਗਿਆ ਅੰਤःਕਰਨ, ਪ੍ਰਮਾਣ ਕੀ ਹੋ ਗਿਆ ਹੋਰ ਜਿਹੜਾ ਗ੍ਰੰਥਾਂ ਮੁਤਾਬਕ ਆ, ਪ੍ਰਮਾਣ ਹੋ ਗਿਆ ਨੇਤਰ, ਪਰਮੇਹ ਹੋ ਗਿਆ ਜਿਸ ਨੂੰ ਵੇਖਣਾ। ਹਾਂਜੀ, ਜਾਣਨ ਵਾਲਾ ਅੰਤःਕਰਨ ਹੁੰਦਾ, ਜਿਸ ਦੁਆਰਾ ਜਾਣਨਾ ਉਹ ਕੀ ਹੈ ਨੇਤਰੀ, ਅੱਖਾਂ ਨਾਲ ਹੀ ਵੇਖਾਂਗੇ। ਤੇ ਜਿਸ ਨੂੰ ਜਾਣਨਾ ਭਾਵ ਜਿਹੜੀ ਵਸਤੂ ਨੂੰ ਗ੍ਰਹਿਣ ਕੀਤਾ ਉਹ ਪਰਮੇਹ ਹੋ ਗਈ। ਸਿੱਧਾ ਜਿਹਾ ਅਰਥ ਗ੍ਰੰਥ ਕੀ ਆ ਪਰਮੇਹ, ਆਪਾਂ ਉਹਨੂੰ ਜਾਣਨਾ, ਪੜ੍ਹਨਾ, ਦੇਖਣਾ। ਨੇਤਰ ਦੇਖਣ ਡੇ ਆ, ਨੇਤਰ ਦੁਆਰਾ ਦੇਖਾਂਗੇ। ਨੇਤਰ ਕੀ ਆ ਪ੍ਰਮਾਣ। ਤੇ ਅੰਤःਕਰਨ ਤੇ ਬਿਰਤੀ ਉੱਠਣੀ, ਅੰਤःਕਰਨ ਜਾਣਨਾ ਉਹ ਹੋ ਗਿਆ ਪਰਮਾਤਾ। ਮਤਲਬ ਅੰਤःਕਰਨ ਪਰਮਾਤਾ, ਪੰਜ ਗਿਆਨ ਇੰਦਰੀਆਂ ਪ੍ਰਮਾਣ ਆ, ਤੇ ਜਿਹੜੇ ਉਹਦੇ ਵਿਸ਼ੇ ਉਹ ਪਰਮੇਹ ਆ। ਠੀਕ ਆ। ਰੂਪ ਸਮਝ ਲਓ ਵੀ ਪ੍ਰਮੇਹ ਆ। ਰੂਪ ਦਾ ਅਰਥ ਆਕਾਰ ਵੀ ਹੁੰਦਾ, ਰੂਪ ਦਾ ਅਰਥ ਸ਼ਕਲ ਤੇ ਰੰਗ ਰੂਪ ਵੀ ਹੁੰਦਾ ਆ, ਵਸਤੂ ਦਾ ਗ੍ਰਹਿਣ ਕਰਨਾ। ਇਸ ਤਰ੍ਹਾਂ ਰੂਪ ਨੂੰ ਸਮਝ ਲਓ ਪਰਮੇਹ, ਨੇਤਰ ਨੂੰ ਸਮਝ ਲਓ ਪ੍ਰਮਾਣ। ਕਵੀ ਰੂਪ ਰਾਹੀਂ ਪ੍ਰਮਾਣ ਰਾਹੀਂ ਰੂਪ ਦੇਖਿਆ ਜਾਊਗਾ, ਆਕਾਰ ਗ੍ਰਹਿਣ ਕਰਾਂਗੇ। ਅੰਤःਕਰਨ ਦੀ ਬਿਰਤੀ ਜਾਣਨ ਵਾਲੀ ਉਹ ਹੋ ਗਿਆ ਪਰਮਾਤਾ। ਪਰਮਾਤਾ ਅੰਤःਕਰਨ ਤੇ ਪ੍ਰਮਾਣ ਹੋ ਗਿਆ ਸਰੋਤਰ ਕੰਨ। ਪ੍ਰਮਾਣ ਹੋ ਗਿਆ ਇੱਧਰ ਹੀ ਸੁਣਾਂਗੇ ਨਾ ਇਹਦੇ ਦੁਆਰਾ, ਤੇ ਜਿਸ ਨੂੰ ਸੁਣਨਾ ਹੈ ਸ਼ਬਦ ਨੂੰ ਉਹ ਹੋ ਗਿਆ ਪਰਮੇਹ। ਇਹ ਹੈ ਇਹਦਾ ਮਤਲਬ। ਕਿ ਇਹ ਵੇਖੋ ਅੰਤःਕਰਨ ਦਾ ਹੀ ਕਰਮ ਆ, ਅੰਤःਕਰਨ ਦੇ ਨੇਤਰ ਦਾ ਕਰਮ ਆ, ਤੇ ਅੱਗੇ ਨੇ ਵਸਤੂ ਆ। ਤੇ ਸਭ ਆਤਮਾ ਤੋਂ ਪਰੇ, ਇਸ ਕਰਕੇ ਤੇਰੇ ਆਤਮ ਸਰੂਪ ਵਿੱਚ ਪਰਮਾਤਾ ਪ੍ਰਮਾਣ ਪਰਮੇਹ ਵੀ ਨਹੀਂ ਹੈ, ਇਹ ਤ੍ਰਿਕੁਟੀ ਵੀ ਨਹੀਂ ਆ। ਸਾਧਕ ਵੀ ਸਾਧਨਾ ਕਰਨ ਵਾਲਾ ਉਹ ਕੀ ਆ ਮਾਨੀ ਆ, ਸਾਧਨਾ ਕਰਨ ਵਾਲਾ ਮਾਨੀ ਆ ਜਾਂ ਜਗਿਆਸੂ ਹੀ ਆ। ਤੇ ਸਾਧਨ ਕੀ ਆ ਗ੍ਰੰਥ ਆ, ਜਾਂ ਜਿਹੜਾ ਸਾਧਨ ਕਰਨਾ ਵਾ ਕੋਈ ਸਾਧਨਾ ਸਰੀਰ ਨੂੰ ਸਾਧਨ ਲਈ, ਤਪ ਤਪੱਸਿਆ ਆਦਿ, ਜਿਸ ਦੇ ਤਪ ਦੇ ਰਾਹੀਂ ਜਿਸ ਚੀਜ਼ ਨੂੰ ਸਿੱਧ ਕਰਨਾ ਉਹ ਸਾਧਦੇ ਆ, ਉਹ ਬ੍ਰਹਮੀ ਆ। ਜਾਂ ਕੋਈ ਜਿਸ ਚੀਜ਼ ਨੂੰ ਆਪਾਂ ਸਿੱਧ ਕਰਨਾ ਚਾਹੁੰਦੇ ਮੰਤਰ ਨੂੰ ਉਹ ਸਾਧਦੇ ਆ। ਭਾਵ ਸਾਧਨਾ ਕਰ ਸਾਧਕ ਬਣ ਕੇ ਸਾਧਨਾ ਕਰਕੇ ਸਾਧੇ ਨੂੰ ਪ੍ਰਾਪਤ ਹੋਈਦਾ। ਤੇ ਧਿਆਤਾ ਧਿਆਨ ਲਾਉਣ ਵਾਲਾ, ਤੇ ਜਿਸ ਧਿਆਨ ਦੇ ਦੁਆਰਾ ਤੇ ਜਿਸ ਵਿੱਚ ਲਾਉਣਾ ਉਹ ਤੇ ਹੋ ਗਿਆ ਧਿਆਤਾ ਧਿਆਨ। ਤੇ ਇਹਦੀ ਤ੍ਰਿਪੁਟੀ ਜਿਹੜੀ ਹੈ ਨਾ, ਇਹ ਤੇਰੇ ਸਿੱਖ ਤੇਰੇ ਵਿੱਚ ਨਹੀਂ ਆ, ਜਾਂ ਸਿੱਖ ਕਹਿ ਰਿਹਾ ਗਿਆਨਵਾਨ ਗੁਰੂ ਮੇਰੇ ਵਿੱਚ, ਇਹ ਮੇਰੇ ਸਰੂਪ 'ਚ ਨਹੀਂ ਹੈ।
ਦੋਹਰਾ ਸ਼ਾਸਤਰਾ ਪਾਠ ਵਿਸ਼ੇ ਸਾਰੇ ਸੋਧੀਆਂ। ਇੱਕ ਸਾਧਕ ਦੇ ਧੱਦੇ ਨੂੰ ਸਿਹਾਰੀ ਲੱਗਣੀ। ਸ਼ਾਸਤਰਾ ਸ਼ਾਸਤਰਾ ਸਸੇ ਪੈਜ ਬਿੰਦੀਆਂ ਲੱਗੀਆਂ ਉਹਦੇ ਗ੍ਰੰਥਾਂ ਵਿੱਚ। ਸ਼ਾਸਤਰਾ ਪੜ੍ਹਨਾ। ਸ਼ਾਸਤਰਾ ਸ਼ਾਸਤਰਨ ਸ਼ਾਸਤਰਾ ਸ਼ਾਸਤਰਨ ਉਂਝ ਸ਼ਾਸਤਰਾ ਸ਼ਾਸਤਰ ਪਾਠ ਅੱਡ ਅੱਡ ਆ ਤੇ ਇਵੇਂ ਆ ਸ਼ਾਸਤਰਾ ਸ਼ਾਸਤਰਨ ਕੋ ਨਹੀਂ। ਉੱਥੇ ਭਾਵ ਆਤਮ ਸਰੂਪ ਵਿੱਚ ਜਾਂ ਉਸ ਅਵਸਥਾ ਵਿੱਚ ਕੋ ਕਹੀਏ ਕੋਈ ਵੀ ਸ਼ਾਸਤਰਾ ਕਹੀਏ ਪੜ੍ਹਾਉਣ ਵਾਲਾ ਵੀ ਨਹੀਂ ਹੈ। ਤੇ ਸ਼ਾਸਤਰਨ ਕਹੀਏ ਪੜ੍ਹਨ ਵਾਲਾ ਵੀ ਕੋਈ ਨਹੀਂ ਹੈ। ਨਾ ਪਿਛਕ ਨਹਿ ਦਾਨ ਤੇ ਨਾ ਹੀ ਕੋਈ ਪਿਛਕ ਕਹੀਏ ਮੰਗਤਾ ਹੈ, ਨਾ ਹੀ ਕੋਈ ਦਾਨ ਦੇਣ ਵਾਲਾ। ਉੱਥੇ ਮੰਗਣਾ ਵੀ ਮਨ ਦਾ ਹੀ ਮਤਲਬ ਅੰਤःਕਰਨ ਤੋਂ ਸਾਰਾ ਕੁਝ ਬਣਦਾ ਏ। ਜਿੰਨੇ ਖਿਆਲ ਫੁਰਨੇ ਉੱਡਦੇ ਆ ਨਾ ਮੰਗਣ ਦੇ ਦੇਣ ਦੇ, ਸਾਰਾ ਅੰਤःਕਰਨ ਦਾ ਹੀ ਕਰਮ ਆ। ਆਤਮ ਦਾ ਕੰਮ ਨਹੀਂ ਪਹੁੰਚਦਾ। ਮਤਲਬ ਸਰੀਰਾਂ ਦਾ ਹੀ ਇਹ ਧਰਮ ਆ। ਸੂਖਮ ਸਰੀਰ ਦਾ ਖਾਸ ਰੋਲ ਆ ਇਹਨਾਂ ਕੰਮਾਂ ਵਿੱਚ, ਸੂਖਮ ਭੋਗਾਂ ਵਿੱਚ ਤੇ ਸਥੂਲ ਭੋਗਾਂ ਵਿੱਚ। ਸੂਖਮ ਸਰੀਰ ਦਾ ਸੂਖਮ ਭੋਗਾਂ ਵਿੱਚ, ਸਥੂਲ ਸਰੀਰ ਦਾ ਅਸਥੂਲ ਭੋਗਾਂ ਵਿੱਚ। ਤੇ ਉੱਥੇ ਆਤਮ ਸਰੂਪ ਵਿੱਚ ਨਾ ਕੋਈ ਪਿਛਕ ਮੰਗਤਾ ਹੀ ਆ ਮੰਗਣ ਵਾਲਾ, ਨਾ ਕੋਈ ਦਾਨ ਦੇਣ ਵਾਲਾ ਹੀ ਆ। ਸ਼ਾਸਤਰਨ ਪਾਠ ਮਤਲਬ ਜੇ ਹੋਵੇ ਸ਼ਾਸਤਰਾ ਸ਼ਾਸਤਰਨ ਤੇ ਵੀ ਮੇਰੇ ਸਰੂਪ ਵਿੱਚ ਕੋਈ ਸ਼ਾਸਤਰਾ ਭਾਵ ਸ਼ਾਸਤਰਾ ਕਹੀਏ ਸ਼ਾਸਤਰਾ ਵਿੱਚ ਸ਼ਾਸਤਰ ਹੁੰਦਾ ਸ਼ਾਸਤਰ ਜਿਵੇਂ ਛੇ ਸ਼ਾਸਤਰ ਤੇ ਸ਼ਾਸਤਰਾ ਹੁੰਦਾ ਪੜ੍ਹਨ ਵਾਲਾ ਤੇ ਸ਼ਾਸਤਰ ਹੁੰਦਾ ਪੜ੍ਹਾਉਣ ਵਾਲਾ। ਸ਼ਾਸਤਰਨ ਹੁੰਦਾ ਪੜ੍ਹਨ ਵਾਲਾ ਤੇ ਸ਼ਾਸਤਰਾ ਹੁੰਦਾ ਪੜ੍ਹਾਉਣ ਵਾਲਾ। ਉੱਥੇ ਤੇਰਾ ਮੇਰੇ ਆਸਰੂ ਵਿੱਚ ਕੋਈ ਨਾ ਪੜ੍ਹਾਉਣ ਵਾਲਾ ਹੀ ਆ। ਸ਼ਾਸਤਰਾ ਕਹੀਏ ਨਾ ਪੜ੍ਹਾਉਣ ਵਾਲਾ ਹੀ ਆ ਤੇ ਸ਼ਾਸਤਰਨ ਕਹੀਏ ਨਾ ਕੋਈ ਪੜ੍ਹਨ ਵਾਲਾ ਹੀ ਆ। ਤੇ ਇਹਦਾ ਦੂਸਰਾ ਅਰਥ ਇਵੇਂ ਵੀ ਕੀਤਾ ਜਾਂਦਾ ਕਿ ਜਿਹੜੇ ਉੱਥੇ ਦੇ ਨਾ ਕੋਈ ਛੇ ਸ਼ਾਸਤਰਾਂ ਵਿੱਚੋਂ ਜਿਹੜੇ ਸ਼ਾਸਤਰਾ ਕਹੀਏ ਛੇ ਸ਼ਾਸਤਰਾਂ ਵਿੱਚੋਂ ਛੇ ਸ਼ਾਸਤਰਾਂ ਵਿੱਚੋਂ ਸ਼ਾਸਤਰ ਕਹੀਏ ਆਗਿਆ ਕਰਨ ਵਾਲਾ, ਸ਼ਾਸਤਰਾਂ ਦਾ ਆਗਿਆ ਕਰਨ ਵਾਲਾ। ਤੇ ਜਿਹੜਾ ਕੰਨਾਂ ਲੱਗ ਪਾਠ ਇਕੱਠਾ ਕਰ ਲੈਣਾ ਸ਼ਾਸਤਰਾ ਸ਼ਾਸਤਰ। ਹਾਂਜੀ ਵੀ ਸ਼ਾਸਤਰਾ ਭਾਵ ਜਿਹੜੇ ਛੇ ਸ਼ਾਸਤਰ ਆ ਨਾ, ਛੇ ਸ਼ਾਸਤਰਾਂ ਵਿੱਚੋਂ ਸ਼ਾਸਤਰ ਕੀ ਆ ਆਗਿਆ ਕਰਨ ਵਾਲਾ ਹੁੰਦਾ। ਛੇ ਸ਼ਾਸਤਰਾਂ ਵਿੱਚ ਜਿਹੜਾ ਸ਼ਾਸਤਰ ਆਗਿਆ ਕਰਨ ਵਾਲਾ ਅਤੇ ਨਾ ਹੀ ਉੱਥੇ ਕੋਈ ਅਸ਼ਾਸਤਰ ਕੰਨੇ ਵਿਚਾੜਾ ਨਿਕਲ ਗਿਆ ਬਣ ਗਿਆ ਅਸ਼ਾਸਤਰਨ ਆਗਿਆ ਮੰਨਣ ਵਾਲਾ। ਠੀਕ ਹੈ, ਆਗਿਆ ਮੰਨਣ ਵਾਲਾ ਵੀ ਉੱਥੇ ਕੋਈ ਨਹੀਂ ਹੈਗਾ। ਨਾ ਤੇ ਉੱਥੇ ਆਗਿਆ ਕਰਨ ਵਾਲਾ ਵਾ, ਉਹ ਤੇ ਇੱਕ ਵੱਖਰਾ ਹੀ ਸਰੂਪ ਪਿਆ। ਨਾ ਆਗਿਆ ਕਰਨ ਵਾਲਾ ਨਾ ਆਗਿਆ ਮੰਨਣ ਵਾਲਾ ਹੀ। ਤੇ ਕਈ ਥਾਵਾਂ ਦੇ ਪਾਠ ਇੱਕ ਤੇ ਆਪਾਂ ਅਰਥ ਕੀਤੇ ਹੋਣੇ ਸ਼ਾਸਤਰਾ ਸ਼ਾਸਤਰਨ ਕੋ ਨਹੀਂ ਨਾ ਪਿਛਕ ਨਹਿ ਦਾਨ। ਕਈ ਥਾਵਾਂ ਦੇ ਪਾਠ ਇਵੇਂ ਲਿਖਿਆ ਵਾ ਸ਼ਾਸਤਰਾ ਸ਼ਾਸਤਰ ਨੰਨਾ ਨਹੀਂ ਹੈਗਾ। ਤੇ ਪਾਠ ਆ ਵੀ ਸ਼ਾਸਤਰਾ ਸ਼ਾਸਤਰ ਸੋ ਕੋ ਨਹੀਂ। ਨੰਨੇ ਦੀ ਥਾਂ ਪਾਠ ਕੀ ਸਸੇ ਅੰਕੜ ਸੋ ਸ਼ਾਸਤਰਾ ਸ਼ਾਸਤਰ ਸੋ ਕੋ ਨਹੀਂ। ਬਾਕੀ ਪਾਠ ਉੱਦਾਂ ਹੀ। ਤੇ ਪਿਛਕ ਦੇ ਛੱਛੇ ਨੂੰ ਔਂਕੜਿਆ ਪਿਛਕ। ਤੇ ਸ਼ਾਸਤਰਾ ਪਹਿਲੇ ਦਾ ਅਰਥ ਉਹ ਕੀਤਾ ਨਾ ਜਿਹੜਾ ਤੁਹਾਨੂੰ ਹੁਣੇ ਦੱਸਿਆ। ਦੂਜਾ ਅਰਥ ਇਸ ਮੁਤਾਬਕ ਆ ਵੀ ਸ਼ਾਸਤਰਾ ਸ਼ਾਸਤਰ ਸੋ ਕੋ ਨਹੀਂ। ਵੀ ਸ਼ਾਸਤਰ ਆ ਤੇ ਸ਼ਾਸਤਰ ਜਿਹੜੇ ਸ਼ਾਸਤਰ ਕੀ ਆ ਛੇ ਸ਼ਾਸਤਰ ਆ। ਉਹ ਕਿਹੜਾ ਸਾਂਖ ਨਿਆਏ ਇਹ ਪੂਰਵ ਮੀਮਾਂਸਾ ਵਿਸ਼ੇਸ਼ਕ ਪਤੰਜਲ ਤੇ ਵਿਦਾਂਤ ਛੇ ਸ਼ਾਸਤਰ ਆ।
ਜਾਂ ਸਾਂਖ ਯੋਗ ਨਿਆਏ ਵਿਸ਼ੇਸ਼ਕ ਮੀਮਾਂਸਾ ਦੇ ਵਿਦਾਂਤ। ਠੀਕ ਹੈ ਜੀ। ਅਤੇ ਸ਼ਾਸਤਰਾ ਕਹੀਏ ਜਿਹੜੇ ਰਚਨ ਵਾਲੇ, ਜਿਨ੍ਹਾਂ ਬਣਾਇਆ ਆਪਣੇ ਵੇਦ ਵਿਆਸ ਹੋਣਾ ਨੇ, ਜੈਮਣੀ ਹੋਣਾ ਨੇ, ਉਹ ਸ਼ਾਸਤਰਾ ਰਚਨ ਵਾਲੇ ਅਤੇ ਸ਼ਾਸਤਰ ਜਿਹੜੇ ਰਚੇ ਹੋਏ, ਜਿਹੜੇ 6 ਦੱਸੇ ਹੋਣੇ ਆ, ਉਹ ਉੱਥੇ ਸੁੱਧ ਸਰੂਪ ਵਿੱਚ ਕੋਈ ਵੀ ਨਹੀਂ। ਹਾਂਜੀ, ਨਾ ਰਚਨ ਵਾਲਾ ਤੇ ਨਾ ਜਿਹੜੇ ਰਚੇ ਹੋਏ ਸ਼ਾਸਤਰ ਆ। ਜਾਂ ਸ਼ਾਸਤਰ ਦਾ ਅਰਥ ਆਗਿਆ ਦੇਣ ਵਾਲਾ ਆਪਾਂ ਕੀਤਾ ਕਿ ਆਗਿਆ ਦੇਣ ਵਾਲਾ, ਸ਼ਾਸਤਰ ਦਾ ਅਰਥ ਆਗਿਆ ਦੇਣ ਵਾਲੇ ਜਿਹੜੇ ਸ਼ਾਸਤਰ ਆ ਨਾ, ਉਹ ਉਸ ਰੂਪ ਵਿੱਚ ਨਹੀਂ ਹੈ, ਆਤਮ ਸਰੂਪ ਵਿੱਚ ਨਹੀਂ ਹੈ। ਜੇ ਸ਼ਾਸਤਰ ਇਕੱਠਾ ਪਾਠ ਕਰੀ ਤੇ ਬਣਦਾ ਵਾ ਇਹ ਸ਼ਾਸਤਰ ਜਿਹੜੇ ਹੁੰਦੇ ਨਾ, ਉਹ ਹੁੰਦੇ ਆਸਤਕ ਗ੍ਰੰਥ। ਆਹ ਸ਼ਾਸਤਰ ਜਿਹੜੇ ਆ ਸ਼ੁੱਧ ਸਿੱਖਿਆ ਦੇਣ ਵਾਲੇ ਆ, ਸ਼ਾਸਤਰ ਹੁੰਦੇ ਉਲਟ ਸਿੱਖਿਆ ਦੇਣ ਵਾਲੇ ਨਾਸਤਕ ਗ੍ਰੰਥ। ਕੋਈ ਵੀ ਨਹੀਂ ਉੱਥੇ, ਨਾ ਕੋਈ ਉੱਥੇ ਮੰਗਤਾ, ਨਾ ਕੋਈ ਦਾਨ ਦੇਣ ਵਾਲਾ, ਦਾਨੀ ਵੀ ਨਹੀਂ ਹੈਗਾ। ਸ਼ਾਸਤਰ ਵੀ ਜਿਹੜੇ ਆ ਸਾਧ ਸੰਗਤ ਜੀ, ਇਹਦੇ ਮਨ ਵਿੱਚ ਜਿੱਦਾਂ ਗਿਆਨ ਹੋਇਆ ਵੇਦ ਵਿਆਸ ਹੋਣਾ ਨੂੰ, ਉਹਨਾਂ ਸ਼ਾਸਤਰ ਰਚੇ ਆ, ਉਹਦੇ ਵਿੱਚ ਉਹਨਾਂ ਨੇ ਦੱਸਿਆ ਇਹ ਗਿਆਨ ਗੱਲ ਕੀ ਆ। ਇਹ ਜਿਹੜਾ ਗਿਆਨ ਦੀ ਅਵਸਥਾ ਪ੍ਰਗਟ ਹੋਣੀ ਹੈ, ਮਨ ਦਾ ਕਰਮ ਆ, ਆਤਮ ਸਰੂਪ ਦੇ ਆਪਣੇ ਆਪ ਤੋਂ ਪ੍ਰਕਾਸ਼ ਆ, ਉਹਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ ਹੈ। ਮਨ ਨੂੰ ਤੇ ਲੋੜ ਹੁੰਦੀ ਆ ਨਾ, ਕਦੀ ਗਿਆਨ ਹੁੰਦਾ ਕਦੀ ਭੁੱਲ ਜਾਂਦਾ। ਇਸ ਤਰ੍ਹਾਂ ਸ਼ਾਸਤਰ ਜਿਹੜੇ ਰਚਨ ਵਾਲੇ ਆ, ਜੈਮਨੀ ਵੇਦ ਵਿਆਸ ਹੋਣੀ ਤੇ ਸ਼ਾਸਤਰ, ਉਹ ਵੀ ਕੋਈ ਨਹੀਂ ਹੈ ਉਸ ਸਰੂਪ ਵਿੱਚ। ਹਾਂਜੀ, ਦੇਸ ਨਾ ਕਾਲ ਨਾ ਵਸਤੁ ਗੁਣ, ਦੇ ਉੱਥੇ ਤੇ ਨਾ ਕੋਈ ਦੇਸ਼ ਦੀ ਕੋਈ ਹੱਦ ਹੈ, ਨਾ ਕਾਲ, ਨਾ ਕੋਈ ਸਮੇਂ ਦਾ ਹੀ ਕਾਲ ਕਹੀਏ, ਨਾ ਸਮੇਂ ਦੀ ਕੋਈ ਚਾਲ ਚੂਲ ਹੈਗੀ ਸਰੂਪ ਵਿੱਚ। ਵੀ ਜਿੱਦਾਂ ਸਰੀਰ ਆ, ਹੁਣ ਸਰੀਰ ਵੀ ਦੇਸ਼ ਪ੍ਰਸੰਨ ਆ, ਜਿੱਥੇ ਕੁ ਰਹਿਣ ਡਿਆ ਵਾ, ਤੇ ਸਮੇਂ ਦੇ ਵਿੱਚ ਆ ਕਿ ਕਿਹੜਾ ਸਮਾਂ ਆਇਆ, ਕਿੱਥੇ ਸਰੀਰ ਹੈ, ਕਿਹੜੇ ਸਮੇਂ ਤੇ ਕਿੱਥੇ ਆ। ਨਾ ਵਸਤ ਗੁਣ, ਨਾ ਕੋਈ ਉਹਦੇ ਵਿੱਚ ਵਿਸ਼ਵ ਨਾਮੇ ਤੇਜਸ ਨਾਮੇ ਪਰਾਗੇ ਨਾਮੇ ਵਸਤੂ ਹੀ ਹੈ, ਤੇ ਨਾ ਉਸ ਸਰੂਪ ਵਿੱਚ ਜਿਹੜਾ ਗੁਣ ਆ, ਰਾਜਸੀ, ਰਾਜੋ ਗੁਣ, ਤਮੋ ਗੁਣ, ਸਦੋ ਗੁਣ ਹੈਗਾ ਨਾ, ਇਹ ਵੀ ਉਸ ਰੂਪ ਵਿੱਚ ਨਹੀਂ ਹੈਗੇ। ਬਾਦੀ ਬਾਦ ਨਾ ਹਾਨ, ਤੇ ਨਾ ਹੀ ਉੱਥੇ ਬਾਦੀ ਕਹੀਏ ਝਗੜਾ ਕਰਨ ਵਾਲਾ। ਬਾਦ ਹੁੰਦਾ ਝਗੜਾ ਤੇ ਬਾਦੀ ਹੁੰਦਾ ਝਗੜਾ ਕਰਨ। ਝਗੜਾ ਕਰਨ ਨਾਲ ਝਗੜਾ ਲੋਈ ਆ ਉਹਦੇ ਵਿੱਚ ਸਰੂਪ ਵਿੱਚ ਜਾਂ ਉਸ ਅਵਸਥਾ ਵਿੱਚ, ਤੇ ਨਾ ਹੀ ਕੋਈ ਬਾਤ ਕਹੀਏ ਝਗੜਾ, ਨਾ ਹੀ ਕੋਈ ਇੱਥੇ ਹਾਨੀ ਹੈ, ਨਾ ਕੋਈ ਲਾਭ ਹੀ। ਹਾਨ ਦਾ ਅਰਥ ਹਾਨੀ, ਬਾਦ ਦਾ ਅਰਥ ਝਗੜਾ, ਬਾਦੀ ਦਾ ਅਰਥ ਝਗੜਾ ਕਰਨ ਵਾਲਾ, ਕੋਈ ਵੀ ਨਹੀਂ ਉਸ ਦੇ ਸਰੂਪ ਵਿੱਚ। ਦੇਸ਼ ਨਾ ਕਾਲ ਨਾ ਵਸਤ ਗੁਣ, ਆ ਦੇਸ਼ ਹੈ ਨਾ ਜਿੱਦਾਂ ਆਪਣੇ ਇਲਾਕੇ ਆ, ਮਾਝਾ, ਮਾਲਵਾ, ਦੁਆਬਾ, ਸਿੱਧ, ਪੋਠੋਹਾਰ, ਇਹ ਦੇਸ਼ ਹੀ ਆ ਸਾਰੇ। ਇੰਡੀਆ, ਪਾਕਿਸਤਾਨ, ਅਮਰੀਕਾ, ਇਹ ਜਿਹੜੇ ਦੇਸ਼ ਆਦਿ, ਹਾਂਜੀ, ਇਹ ਦੇਸ਼ ਗੁਣਾ ਨਹੀਂ ਆ, ਉਹ ਆਤਮਾਵਾਦ। ਇਹ ਆ ਨਹੀਂ ਆ ਵੀ ਆਪਾਂ ਮਾਝੇ 'ਚ ਰਹਿੰਦਾ ਹੈ ਉਹ, ਨਹੀਂ, ਸਰਬ ਵਿਆਪੀ ਆ, ਘੱਟ ਵਾਸੀ ਹੈ, ਘੱਟ ਵਾਸੀ ਹੈ, ਤੇ ਜਲ ਥਲ ਮਹੀਲ ਪੂਰਿਆ ਵਾ, ਇਸ ਕਰਕੇ ਦੇਸ਼ ਦੇ ਅਧੀਨ ਨਹੀਂ ਹੈ। ਤੇ ਜਾਂ ਦੇਸ਼ ਦਾ ਅਰਥ ਐਵੇਂ ਦਾ ਜੀਵ ਦਾ, ਇਹ ਦੇਸ਼ ਪੜਾ ਗਿਆ ਆਪਣੇ ਹਾਰੇ ਦਾ, ਕੰਠ, ਨੇਤਰ, ਜੀਵ ਦਾ ਦੇਸ਼ ਭਲਾ ਕੀ ਆ, ਜੀਵ ਦਾ ਇੱਕ ਤੇ ਦਿੱਤਾ ਤੇ ਕੰਠ, ਕੰਠ 'ਚ ਤੇ ਨੇਤਰਾਂ 'ਚ ਵਾਸਾ ਜੀਵ ਦਾ। ਠੀਕ ਹੈ ਜੀ। ਤੇ ਉਹ ਜਿਹੜੀਆਂ ਅਵਸਥਾ ਤਿੰਨ ਆਪਣੀਆਂ, ਜਿਵੇਂ ਸੁਪਨ ਅਵਸਥਾ ਵਾ, ਜਿੱਦਾਂ ਵਿਸ਼ਵ ਨਾਮੇ ਜੀਵ ਹੁੰਦਾ ਤਾਂ ਨੇਤਰ 'ਚ ਵਾਸਾ ਨਹੀਂ ਹੁੰਦਾ ਉਹਦਾ, ਜੇਕਰ ਸੰਸਾਰ ਵੇਖਦਾ।
ਜਦੋਂ ਸੁਪਨ ਅਵਸਥਾ 'ਚ ਹੁੰਦਾ ਉਦੋਂ ਕੰਠ 'ਚ ਵਸ ਆਉਂਦਾ ਸੀ ਤਨਾਮੇ ਨਾੜੀ 'ਚ, ਤੇ ਜਦੋਂ ਸੁਖੋਪਤੀ ਅਵਸਥਾ 'ਚ ਹੁੰਦਾ ਰਿਦਾ 'ਚ ਵਸਾ ਹੁੰਦਾ। ਇਹ ਜੀਵ ਦੇ ਦੇਸ਼ ਆ ਤਿੰਨ ਹੈਂ, ਉਸ ਉਹ ਜੀਵ ਦੇ ਹੀ ਆ ਅੰਤःਕਰਨ ਦੀ ਪਾਧੀ ਕਰਕੇ ਜਿਹੜਾ ਚੇਤਨ ਦਾ ਬਿੰਬ ਪੈਣ ਡਿਆ, ਚੇਤਨ ਪਰੇ ਹੀ ਆ। ਉਹ ਦੇਸ਼ ਦੀ ਹੱਦ ਨਹੀਂ ਕੋਈ, ਉਹ ਦੇਸ਼ ਵਿੱਚ ਨਹੀਂ ਹੈ, ਸਰਬ ਵਿਆਪੀ ਆ। ਇਹਦੀ ਵੀ ਸੁਪਨ ਅਵਸਥਾ ਵਿੱਚ ਫਿਰ ਉਹ ਕੰਠ 'ਚ ਆ ਜਾਂਦਾ, ਸੁਖੋਪਤੀ ਜੋ ਹਿਰਦੇ ਚਲਿਆ ਜਾਂਦਾ। ਤਿੰਨ ਥਾਂ ਦੱਸੇ ਆ ਨਾ ਜੀਵ ਦੇ, ਨਹੀਂ ਉਹਦੇ ਵਿੱਚ ਐਸਾ ਦੇਸ਼ ਨਹੀਂ ਹੈ। ਤੇ ਈਸ਼ ਦੇ ਜਿਹੜੇ ਉਹਦਾ ਈਸ਼ ਦੇ ਦੇਸ਼ ਕੀ ਆ, ਉਤਪਤੀ ਕਰਨੀ ਪਰਲੋ ਲੈਤਾ, ਇਹ ਵੀ ਨਹੀਂ ਹਨ। ਈਸ਼ ਦੇ ਇਹ ਦੇਸ਼ ਆ। ਕਾਲ ਸਮਾਂ, ਕਾਲ ਨਾ, ਕਾਲ ਕੀ ਆ ਵੀ ਭੂਤ ਵਰਤਮਾਨ ਭਵਿੱਖ, ਇਹ ਤਿੰਨ ਸਮੇਂ ਆ। ਜਾਂ ਕਾਲ ਦਾ ਅਰਥ ਹੁੰਦਾ ਮੌਤ। ਹਾਂਜੀ, ਇਹ ਵੀ ਨਹੀਂ ਆ ਉਸ ਆਸਰੂਮ ਵਿੱਚ। ਉਹਦੇ ਵਿੱਚ ਇਹ ਵੀ ਨਹੀਂ ਵੀ ਭੂਤ 'ਚ ਹੈਗਾ ਸੀ ਵਰਤਮਾਨ 'ਚ, ਜਾਂ ਵਰਤਮਾਨ 'ਚ ਹੈਗਾ ਭਵਿੱਖ 'ਚ ਨਹੀਂ ਹੋਊਗਾ। ਸਾਰੇ 'ਚ ਹੀ ਆ ਆਤਮ ਸਰੂਪ, ਕਿਉਂਕਿ ਆਤਮਾ ਬ੍ਰਹਮ ਦਾ ਸਰੂਪ ਹੈ, ਤੇ ਉਹ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਸੱਚ। ਉਹ ਸਮੇਂ 'ਚ ਨਹੀਂ ਹੈ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ। ਉਹ ਐਸਾ ਹੈ। ਕਾਲ ਦਾ ਅਰਥ ਮੌਤ ਵੀ ਹੁੰਦਾ, ਮੌਤ 'ਚ ਵੀ ਨਹੀਂ ਆ। ਜਾਂ ਜੀਵ ਦੇ ਤਿੰਨ ਕਾਲ ਆ, ਤਿੰਨ ਸਮੇਂ, ਜਾਗਰਤ, ਸੁਖੋਪਤੀ ਤੇ ਸੁਪਨ ਅਵਸਥਾ। ਇਹ ਤਿੰਨ ਸਮਿਆਂ 'ਚ ਬਤੀਤ ਹੁੰਦਾ ਨਾ। ਜਾਗਦਿਆਂ ਜਦੋਂ ਜਾਗਦਾ ਵਾ, ਜਦੋਂ ਸੁਪਨ ਅਵਸਥਾ ਜਾਂ ਸੁਖੋਪਤੀ, ਤਿੰਨੇ ਜਿਹੜੀਆਂ ਅਵਸਥਾ ਵਾ ਜੀਵ ਦੀਆਂ ਸਮੇਂ 'ਚ ਹੀ ਹੈ ਨਾ। ਐਸਾ ਵੀ ਨਹੀਂ ਹੈ ਉਸ ਰੂਪ ਵਿੱਚ, ਕਿਉਂਕਿ ਇਹ ਜੀਵ ਦੀਆਂ ਅਵਸਥਾ ਵਾ, ਆਤਮ ਸਰੂਪ ਦੀਆਂ ਨਹੀਂ ਹੈ। ਇਸੇ ਤਰ੍ਹਾਂ ਜਿਹੜੇ ਈਸ਼ ਦੇ ਤਿੰਨ ਸਮੇਂ ਭੂਤ ਕਾਲ ਭਵਿੱਖ ਵਰਤਮਾਨ ਵੀ ਜਿਹੜੇ ਆ ਉਸ ਸਰੂਪ ਵਿੱਚ ਨਹੀਂ। ਜਿਹੜੇ ਈਸ਼ਰ ਦੇ ਆ ਨਾ ਭੂਤ ਭਵਿੱਖ ਵਰਤਮਾਨ, ਕਿਉਂਕਿ ਈਸ਼ਰ ਦੀ ਭੂਤ ਭਵਿੱਖ ਵਰਤਮਾਨ ਨਾਲ ਸਮਾਪਤੀ ਹੁੰਦੀ, ਇਹ ਵੀ ਉਸ ਆਤਮ ਸਰੂਪ ਵਿੱਚ ਨਹੀਂ ਹੈ। ਬਸਤ ਹੁੰਦਾ ਵਾ ਨਾ, ਬਸਤ ਦੇਸ਼ ਨਾ, ਕਾਲ ਨਾ ਬਸਤ ਨਾ, ਦਹਿਲੀ ਦੀ ਗਿਆ ਦੋਵੇਂ ਪਾਸੇ ਲੱਗਦਾ, ਕਾਲ ਨਾ ਵੀ ਤੇ ਬਸਤ ਨਾ ਵੀ। ਤੇ ਕੋਈ ਵਸਤੂ ਦੀ ਕੋਈ ਸੰਸਾਰਕ ਵਸਤੂਆਂ ਜਿਹੜੇ ਹੰਕਾਰ, ਜਿਹੜੇ ਆਪਣੇ ਹਥਿਆਰ ਹੁੰਦੇ ਆ, ਵਸਤੂ ਕਰਕੇ ਜੀਵ ਦੀ ਕੱਟ ਵੱਢ ਹੋ ਜਾਂਦੀ ਹੈ ਨਾ। ਆਤਮ ਦੀ ਨਹੀਂ ਹੁੰਦੀ, ਆਤਮਾ ਦੀ ਨਹੀਂ ਹੁੰਦੀ। ਨੈਣੰਗ ਸਤਰਾਣੀ ਨੈਸ਼ਦੰਤੀ, ਉਹ ਆਉਂਦਾ ਗੀਤਾ ਵਿੱਚ ਇਸੇ ਪ੍ਰਕਾਰ ਹੀ। ਤੇ ਭਾਵ ਦੇਸ਼ ਕਾਲ ਵਸਤੂ ਪਰਛੇਦ ਰਹਿ ਰਿਹਾ ਵਸਰੂਪ, ਵਸਤੂ ਕਰਕੇ ਵੀ ਕੱਟਿਆ ਕੁੱਟਿਆ ਨਹੀਂ ਜਾਂਦਾ। ਵਿਅਸ਼ਟੀ ਵਿਦਿਆ ਦੀ ਉਪਾਧੀ ਕਰਕੇ ਜੀਵ ਦੀਆਂ ਤਿੰਨ ਵਸਤੂਆਂ। ਵਿਅਸ਼ਟੀ ਭਾਵ ਇੱਕ ਵਿਦਿਆ ਹਰ ਜੀਵ, ਹਰੇਕ ਜੀਵ ਵਿੱਚ ਇੱਕ, ਜਿਹੜਾ ਇੱਕ ਜੀਵਾ ਤੇ ਉਹਨੂੰ ਵਿਅਸ਼ਟੀ ਕਿਹਾ ਜਾਂਦਾ। ਇਹ ਹਰੇਕ ਜੀਵ ਦੇ ਅੰਦਰ ਵਿਦਿਆ ਨਾ, ਤੇ ਉਸ ਵਿਅਸ਼ਟੀ ਵਿਦਿਆ ਦੀ ਭਾਵ ਇੱਕ ਜੀਵ ਜਿਹੜਾ ਉਹਦੇ ਵਿੱਚ ਜਿਹੜੀ ਵਿਦਿਆ ਵਾ, ਉਸ ਇੱਕ ਵਿਦਿਆ ਦੀ ਉਪਾਧੀ ਕਰਕੇ ਇੱਕ ਇੱਕ ਜੀਵ ਦੀਆਂ ਤਿੰਨ ਤਿੰਨ ਵਸਤੂਆਂ ਵਾ। ਉਹ ਕੀ, ਵਿਸ਼ਵ ਨਾਮੇ, ਤੇਜਸ ਨਾਮੇ, ਪ੍ਰਾਗੇ ਨਾਮੇ। ਤੇ ਸਮਸ਼ਟੀ ਉਪਾਧੀ ਕਰਕੇ ਭਾਵ ਸਾਰੇ ਜਿੰਨੇ ਬ੍ਰਹਿਮੰਡ ਵਿੱਚ ਜੀਵ ਆ, ਉਹ ਸਮਸ਼ਟੀ ਉਪਾਧੀ ਕਰਕੇ ਈਸ਼ ਦੀਆਂ, ਜਿਹੜਾ ਈਸ਼ਰ ਆ ਉਹਦੀਆਂ ਜਿਵੇਂ ਜੀਵ ਦੀਆਂ ਵਸਤੂਆਂ, ਇਸ ਤਰ੍ਹਾਂ ਈਸ਼ਰ ਦੀਆਂ ਵਸਤੂਆਂ। ਈਸ਼ਰ ਦੀਆਂ ਵਸਤੂਆਂ ਕੀ ਆ, ਵਿਰਾਟ ਆ। ਜਿੱਦਾਂ ਜੀਵ ਦੀ ਪਹਿਲੀ ਵਿਸ਼ਵ ਆ, ਈਸ਼ਰ ਦੀ ਕੀ ਵਿਰਾਟ। ਜੀਵ ਦੀ ਜਿਵੇਂ ਦੂਜੀ ਤੇਜਸ ਆ, ਈਸ਼ਰ ਦੀ ਹੈਗੀ ਹਿਰਣੈ ਗਰਭ। ਤੇ ਉਧਰ ਅਵਿਆਕ੍ਰਿਤ ਆ ਈਸ਼ਰ ਦੀ, ਤੇ ਜੀਵ ਦੀ ਹੈਗੀ ਪ੍ਰਾਗ। ਈਸ਼ਰ ਦੇ ਵੀ ਤਿੰਨ ਸਰੀਰ ਆ, ਤੇ ਜੀਵ ਦੇ ਵੀ ਤਿੰਨ ਸਰੀਰ ਆ। ਤਿੰਨ ਅਵਸਥਾ ਹੀ ਜਿਹੜੀਆਂ ਜੀਵ ਦੀਆਂ ਤੇ ਤਿੰਨ ਈਸ਼ਰ ਦੀਆਂ। ਫਿਰ ਗੁਣ, ਤਿੰਨ ਗੁਣ ਆ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਤੇ ਉਹ ਸਰੂਪ ਵਿੱਚ ਨਹੀਂ ਆ। ਇਹ ਤੇ ਈਸ਼ਰ ਦੀਆਂ ਤੇ ਜੀਵ ਦੀਆਂ ਅਵਸਥਾ
ਤੇ ਜੀਵ ਦਾ ਵੀ ਜੋ ਤੇ ਈਸ਼ਰ ਦਾ ਵੀ ਜੋ ਤੱਤ ਆ, ਜੋ ਈਸ਼ਰ ਦੇ ਅੰਦਰ ਪ੍ਰਕਾਸ਼ ਕਰਨ ਵਾਲਾ, ਜੀਵ ਅੰਦਰ ਪ੍ਰਕਾਸ਼ ਕਰਨ ਵਾਲਾ, ਮਾਇਆ ਨੂੰ ਸੱਤਿਆ ਬਖਸ਼ਣ ਵਾਲਾ ਉਹ ਬ੍ਰਹਮ ਹੈ। ਤੇ ਉਹ ਇਹਨਾਂ ਸਾਰਿਆਂ ਤੋਂ ਪਰੇ, ਕਿਉਂਕਿ ਸਿਰਫ ਇਹਨਾਂ ਨੂੰ ਪ੍ਰਕਾਸ਼ ਕਰਨ ਵਾਲਾ ਵਾ ਚੇਤਨ। ਤੇ ਇਹ ਅਵਸਥਾ ਜਿਹੜੀਆਂ ਇਹ ਤੇ ਜੀਵ ਈਸ਼ ਦੀਆਂ ਵਾ, ਤੇ ਜੀਵ ਈਸ਼ ਦੀਆਂ ਅਵਸਥਾ ਸਾਰੀਆਂ ਜੀਵ ਦੇ ਜੀਵਪੁਣਾ ਮਿਟਾ ਕੇ ਈਸ਼ਰ ਦਾ ਈਸ਼ਰਪੁਣਾ ਮਿਟਾ ਦਈਏ, ਰਹਿ ਜਾਂਦਾ ਇਕੱਲਾ ਚੇਤਨ। ਤੇ ਚੇਤਨ ਵਿੱਚ ਇਹ ਅਵਸਥਾ ਬਿਲਕੁਲ ਨਹੀਂ ਹੈ। ਵਿਸਥਾਰ ਨਾਲ ਥੋੜਾ ਕਰ ਰਹੇ ਹਾਂ। ਨਾਦ ਵਿੱਚ 3 ਗੁਣ ਹੀ ਹੈਗੇ ਆ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਕਿਉਂਕਿ ਜਿਹੜੀ ਤਮੋ ਗੁਣ ਦੀ ਪ੍ਰਧਾਨਤਾ ਆਸ, ਨਿੰਦਰਾ, ਕ੍ਰੋਧ ਆਦਿ ਆ, ਇਹ ਸਾਰੇ ਸਥੂਲ ਸਰੀਰ ਕਰਕੇ ਆ ਜਾਂ ਮਨ ਦੇ ਅੰਤःਕਰਣ ਕਰਕੇ ਆ। ਤੇ ਇਸੇ ਤਰ੍ਹਾਂ ਜਿਹੜਾ ਰਾਜਸੀ ਸੁਭਾਅ ਆ, ਇਹ ਵੀ ਅੰਤःਕਰਣ ਕਰਕੇ ਹੀ ਆ। ਮਨ 'ਚ ਹੀ ਰਾਜਸੀ ਸੁਭਾਅ, ਗਰੀਬੜਾ ਸੁਭਾਅ, ਜੋ ਵੀ ਸੁਭਾਅ ਭਲਾ ਬੁਰਾ ਜੋ ਵੀ ਆਉਂਦਾ, ਭੁੱਖ ਪਿਆਸ ਦਾ, ਤੇ ਇਹ ਸਾਰਾ ਉਹਦੇ ਵਿੱਚ ਹੀ ਆ ਨਾ, ਰਾਜਸੀ ਸੁਭਾਅ। ਹਾਂਜੀ, ਇਹ ਵੀ ਸਰੀਰ ਵਿੱਚ ਹੀ ਆ ਜੀ, ਅੰਤःਕਰਣ ਵਿੱਚ ਆ। ਤੇ ਜਿਹੜਾ ਸਤੋਗੁਣੀ ਸੁਭਾਅ, ਵਡਿਆਈ ਦੀ ਭੁੱਖ ਆਦਤ, ਇਹ ਵੀ ਮਨ ਵਿੱਚ ਹੀ ਹੁੰਦੀ ਹੈ। ਮਨ ਹੀ ਖੁਸ਼ੀ ਗਮੀ 'ਚ ਹੁੰਦਾ ਵਾ, ਤੇ ਬੁੱਧੀਆਂ ਇਹਦੇ ਨਿਰਣੇ ਕਰਦੀ, ਚਿਤਵਨੀਆਂ ਕਰਦਾ। ਮਤਲਬ ਅੰਤःਕਰਣ ਤੱਕ ਇਹ ਚੀਜ਼ਾਂ ਰਹਿ ਜਾਂਦੀਆਂ, ਅੱਗੇ ਨਹੀਂ ਜਾਂਦੀਆਂ, ਆਤਮ ਸਰੂਪ ਤੱਕ ਨਹੀਂ ਪਹੁੰਚਦੀਆਂ। ਆਤਮਾ ਇਹਨਾਂ ਨੂੰ ਪ੍ਰਕਾਸ਼ਣ ਵਾਲਾ ਹੈ। ਇਸ ਕਰਕੇ ਕੋਈ ਜਿਹੜਾ ਗੁਣ ਆ ਨਾ, ਉਹ ਵੀ ਉਸ ਰੂਪ ਵਿੱਚ ਨਹੀਂ। ਵਾਦੀ ਬਾਦ ਨਾ ਹਾਨ, ਵਾਦੀ ਕਹੀਦਾ ਜਿਹੜਾ ਝਗੜਾਲੂ ਆ, ਵਾਦੀ ਬਾ ਝਗੜਾ ਕਰਨ ਵਾਲਾ, ਝਗੜਾਲੂ। ਬਾਦ ਕਈ ਝਗੜਾ, ਹਾਨ ਕਈ ਹਾਨੀ, ਤੇ ਜਾਂ ਕੋਲੋਂ ਹੀ ਲਾ ਲੈਣਾ, ਭਾਵਤ ਵੀ ਲਾਭ, ਹਾਨੀ ਲਾਭ ਆਦਿ ਕੇ ਸਭ ਚੀਜ਼ਾਂ ਜਿਹੜੀਆਂ ਆਤਮਾ ਵਿੱਚ, ਆਤਮ ਸਰੂਪ ਵਿੱਚ ਬਿਲਕੁਲ ਨਹੀਂ ਹੈ। ਭਾਵ ਵੀ ਇਹ ਗੁਰੂ ਜੀ ਮੇਰੇ ਆਤਮ ਸਰੂਪ ਵਿੱਚ ਬਿਲਕੁਲ ਨਹੀਂ ਹੈ, ਨਾ ਕੋਈ ਹਾਨੀ, ਕੋਈ ਨਾ ਲਾਭ, ਇੱਕ ਰਸ ਆ ਉਹ। ਇਹ ਵੀ ਅੰਤःਕਰਣ ਦੇ ਧਰਮ ਆ। ਹਾਨੀ, ਲਾਭ, ਨੁਕਸਾਨ, ਸਥੂਲ ਸਰੀਰ ਕਰਕੇ ਕਿਰਿਆ ਹੋਣੀ ਹੈ, ਤੇ ਸੂਖਮ ਸਰੀਰ ਨੇ ਨਿਰਣੇ ਕਰਨੇ ਆ ਵੀ ਹਾਨੀ ਹੋਈ ਕਿ ਲਾਭ ਹੋਇਆ। ਇਸ ਪ੍ਰਕਾਰ ਮੇਰੇ ਸਰੂਪ ਵਿੱਚ ਨਹੀਂ ਹੈ। ਬਾਦ ਜਿਹੜਾ ਸਾਧ ਸੰਗਤ ਜੀ, ਇਹ 5 ਤਰੀਕੇ ਦਾ ਬਾਦ ਵਿਦਵਾਨਾਂ ਨੇ ਕਿਹਾ। ਬਾਦ ਕਹੀਦਾ ਝਗੜੇ ਨੂੰ, ਤੇ ਬਾਦ ਚੰਗਾ ਵੀ ਹੁੰਦਾ ਵਾ ਤੇ ਮੰਦਾ ਵੀ ਹੁੰਦਾ। 5 ਪ੍ਰਕਾਰ ਦਾ ਇਹਦਾ ਮੰਨਿਆ ਬਾਦ ਨੂੰ। ਨਾਂ ਦਿੱਤੇ ਵੱਖੋ ਵੱਖਰੇ। ਇੱਕ ਤੇ ਹੁੰਦਾ ਹੇਤਵਾਦ, ਦੂਜਾ ਜਾਲਪਾਵਾਦ, ਤੀਜਾ ਵਿਤੰਡਾਵਾਦ, ਜਿਹਨੂੰ ਵਿਤੰਡਾਵਾਦ ਕਿਹਾ ਜਾਂਦਾ, ਚੌਥਾ ਵਾਦ ਵਿਵਾਦ, ਤੇ 5ਵਾਂ ਹੁੰਦਾ ਸੰਵਾਦ। ਇਹ ਸਾਰੇ ਗ੍ਰੰਥਾਂ ਵਿੱਚ ਹੀ ਆ ਜਾਂਦੇ ਆ। ਹੇਤਵਾਦ ਹੁੰਦਾ ਵਾ ਪਹਿਲਾ, ਹੇਤਵਾਦ ਵੀ ਆਪਣਾ ਪੱਖ ਕਰਕੇ ਕੁਝ ਸਭਾ 'ਚ ਕਹਿਣਾ। ਹੇਤ ਹੁੰਦਾ ਆਪਣੇ ਵਾਸਤੇ, ਮਤਲਬ ਆਪਣਾ ਪੱਖ ਜਿਹਾ ਕਰਕੇ ਨਾ, ਆਪਣਾ ਗੱਲ ਜੀ ਕਰਕੇ ਕਰਦਿਆਂ ਤੇ ਸਭਾ ਵਿੱਚ ਬੜੇ ਸੁਭਾਅ ਨਾਲ ਕਹਿਣਾ, ਪ੍ਰੇਮ ਨਾਲ ਕਹਿਣਾ, ਆਪਣੇ ਪੱਖ ਜੀ ਦੀ ਗੱਲ ਰੱਖਦਿਆਂ ਹੋਇਆਂ, ਉਹਨੂੰ ਕਹੀਦਾ ਹੇਤਵਾਦ। ਇੱਕ ਹੁੰਦਾ ਜਾਲਪਾਵਾਦ ਦੂਸਰਾ, ਐਵੇਂ ਵਿਅਰਥ ਬੋਲੀ ਕਹਿਣਾ, ਗੱਲ ਕਿਤੇ ਦੀ ਕਿਤੇ ਲੈ ਜਾਣੀ। ਕੋਈ ਵਿਸ਼ਾ ਚੱਲਦਾ ਹੋਵੇ, ਬ੍ਰਹਮ ਵਿਚਾਰ ਚੱਲਦੀ ਹੋਵੇ, ਸੰਸਾਰੀ ਵਿਚਾਰ ਚਲਾ ਕੇ ਬਹਿ ਜੇ, ਗੁਰਮਤਿ ਦੀ ਵਿਚਾਰ ਚੱਲਦੀ ਹੋਵੇ, ਜਾਂ ਆਤਮ ਵਿਚਾਰ ਚੱਲਦੀ ਹੋਵੇ, ਮਰਿਆਦਾ ਦੀ ਗੱਲ ਛੋ ਕੇ ਬਹਿ ਜੇ। ਮਤਲਬ ਅਸਤ ਵਿਅਸਤ ਹੀ ਬੋਲੀ ਜਾਣਾ। ਜਿਹੜੀ ਗੱਲ ਨਹੀਂ ਉੱਥੇ ਲੱਗਣੀ ਨੂੰ ਐਵੇਂ ਲਾਈ ਜਾਣਾ। ਗੱਲ ਕਿਤੇ ਹੋਣੀ, ਗੱਲ ਕੋਈ ਹੋਣੀ ਤੇ ਕਿਤੇ ਲੈ ਜਾਣੀ, ਵਿਅਰਥ ਬੋਲੀ ਜਾਣਾ, ਫਾਲਤੂ ਹੀ। ਇਹਨੂੰ ਜਾਲਪਾਵਾਦ ਕਹਿੰਦੇ। ਤੀਸਰਾ ਵਿਤੰਡਾਵਾਦ, ਜਿਹਨੂੰ ਵਿਤੰਡਾਵਾਦ ਕਿਹਾ ਜਾਂਦਾ। ਕਾਵਾਂ ਰੌਲੀ ਪਾਉਣੀ, ਕੁਝ ਪਤਾ ਨਾ ਲੱਗਣਾ। 4 ਸਾਧੂ 10 ਸਾਧੂ ਬੈਠੇ ਆ, ਚੀਓ ਰੀਟ ਪਾਇਆ ਜਿਵੇਂ ਚਿੜੀਆਂ ਰੁੱਖਾਂ 'ਤੇ ਬੈਠੀਆਂ ਰੌਲਾ ਪਾਉਂਦੀਆਂ ਸ਼ਾਮਾਂ ਨੂੰ ਜਾਂ ਸਵੇਰੇ ਸਵੇਰ। ਇਸ ਤਰ੍ਹਾਂ ਕਾਵਾਂ ਰੌਲੀ ਪਾਈ ਜਾਣੀ, ਪਤਾ ਕੋਈ ਨਾ ਲੱਗਣਾ ਕੌਣ ਕੀ ਕਹਿੰਦਾ। ਇਹ ਹੈਗਾ ਵਿਤੰਡਾਵਾਦ।
ਚੌਥਾ ਵਾ ਬਾਦ ਤੇ ਵਿਵਾਦ। ਨਾਂ ਉਹਦਾ ਕੀ ਹੈ? ਚੌਥੇ ਦਾ ਬਾਦ ਵਿਵਾਦ। ਵੀ ਬਾਦ ਕਹੀਦਾ ਵਾ ਚਰਚਾ ਨੂੰ, ਪਹਿਲਾਂ ਗੱਲਾਂ ਕਰਦਿਆਂ ਲੜ ਪੈਣਾ, ਵਿਵਾਦ ਕਰ ਦੇਣਾ। ਵਾਦ ਭਾਵ ਚਰਚਾ ਤੇ ਵਿਵਾਦ ਭਾਵ ਕੁਚਰਚਾ। ਚਰਚਾ ਕਰਦੇ ਕੁਚਰਚਾ ਕਰ ਦੇਣੀ। ਗੱਲਾਂ ਕਰਦਿਆਂ ਚਿੱਤਰੋ ਛਿਤਰੀ ਹੋ ਜਾਣਾ। ਜਿਵੇਂ ਕੁੰਭ ਦੇ ਮੇਲੇ ਦੀ ਗੱਲ ਆ। ਬਾਬਾ ਜੀ ਦੱਸਦੇ ਸਨ, ਦੱਸਦੇ ਵਿਰਜਾ ਗੁਰੂ ਗਿਆਨੀ ਅਮਰਜੀਤ ਸਿੰਘ ਜੀ ਮਹਾਂਪੁਰਸ਼ ਸੱਚਖੰਡ ਵਾਲੇ, ਹਜ਼ੂਰ ਸਾਹਿਬ ਵਾਲੇ। ਇੱਕ ਵਾਰ ਬਾਬਾ ਅਜੀਤ ਸਿੰਘ ਹੁਣੀ ਜਾਂ ਵੀ ਬਾਬਾ ਜੀ ਵੀ ਆਪ ਗਏ ਸਨ। ਕਹਿੰਦੇ ਵੀ ਕੁੰਭ ਦੇ ਵਿੱਚ ਉਹ ਸਾਧੂ ਆਪੋ ਵਿੱਚ ਹੀ ਵਿਚਾਰਾਂ ਕਰਦੇ ਲੜ ਪਏ। ਚੁੰਮਟੇ ਤੇ ਚੁੰਮਟਾ ਖੜਕ ਗਿਆ ਸੀ ਤੇ ਪੁੱਛਿਆ ਵੀ ਇਹ ਕੀ ਹੋ ਡਿਆ? ਕਹਿੰਦੇ ਵੀ ਇਹਦੇ ਚਰਚਾ ਹੋ ਰਹੀ। ਇੱਕ ਦੂਜੇ ਦੇ ਸਿਰ ਪਾੜ ਦਿੱਤੇ, ਕਹਿੰਦੇ ਚਰਚਾ ਹੋਣ ਦੀ। ਤੇ ਮਤਲਬ ਪਹਿਲਾਂ ਚਰਚਾ ਕਰਨ ਡੇ ਸੀ, ਫਿਰ ਉਹਨਾਂ ਵਿਵਾਦ ਸ਼ੁਰੂ ਕਰ ਲਿਆ। ਬੇਨਾਮ ਉਲਟਾ ਹੀ ਝਗੜਾ ਸ਼ੁਰੂ ਕਰ ਲਿਆ। ਆਹ ਚਰਚਾ ਤੋਂ ਕਰਦੇ ਚਰਚਾ ਦੇ ਆ ਗਏ। ਜਿੱਦਾਂ ਕਈ ਹੁਣ ਵੀ ਗੱਲ ਗੁਰ ਦੀ ਕਰਦੇ ਗਲ ਪੈ ਜਾਂਦੇ ਨਾ, ਇਹਨੂੰ ਕਹਿੰਦੇ ਵਾਦ ਵਿਵਾਦ। ਗੱਲ ਕਰਦੇ ਲੜ ਪੈਣਾ। ਸੰਵਾਦ ਹੁੰਦਾ ਪੰਜਵਾਂ। ਸੰਵਾਦ ਹੁੰਦਾ ਵਾ ਆਪਣੀ ਕਹਿਣ ਤੇ ਦੂਸਰੇ ਦੀ ਸੁਣਨੀ, ਮਸਲਾ ਹੱਲ ਕਰ ਲੈਣਾ। ਸੰਵਾਦ ਭਲੀ ਪ੍ਰਕਾਰ ਚਰਚਾ ਕਰਨੀ, ਆਪਣੀ ਵੀ ਗੱਲ ਕਰਨੀ, ਅਗਲੇ ਦੀ ਵੀ ਸੁਣਨੀ। ਜੋ ਸਿਧਾਂਤ ਹੈ, ਜੋ ਤੱਤ ਨਿਕਲਦਾ ਉਹਦਾ ਹੱਲ ਕੱਢ ਲੈਣਾ ਵੀ ਇਵੇਂ ਨਹੀਂ, ਇਵੇਂ ਭਾਈ ਠੀਕ ਆ, ਹਾਂ ਤੁਹਾਡੀ ਗੱਲ ਵੀ ਠੀਕ ਹੈ। ਤੇ ਇਹਨਾਂ ਪੰਜਾਂ ਦੇ ਵਿਲੱਖਣ ਆਤਮਵਾਦ ਵੀ ਹੈ, ਜਿਸ 'ਚ ਆਤਮ ਕਥਾ ਦਾ ਬਿਆਨ ਹੁੰਦਾ। ਇਸ ਨੂੰ ਅਧਿਆਤਮਵਾਦ ਵੀ ਕਹਿੰਦੇ ਹਨ। ਪੰਜ ਤੇ ਇਹ ਦੱਸੀਆਂ ਨਾ ਵਿਦਵਾਨਾਂ ਨੇ। ਇੱਕ ਹੁੰਦਾ ਆਤਮਵਾਦ, ਛੇਵੀਂ ਭਾਵ ਇਹਨਾਂ ਪੰਜਾਂ ਤੋਂ 6 ਹੀ ਲਾ ਲਓ, 6 ਪ੍ਰਕਾਰ ਦਾ ਵਾਦ ਵੀ ਉਹ ਕੀ ਹੈ? ਆਤਮਵਾਦ, ਜਿਸ ਵਿੱਚ ਆਤਮਾ ਦਾ ਵਾਦ ਕਹੀਏ, ਕਥਨ ਕੀਤਾ ਜਾਵੇ, ਆਤਮਾ ਬਾਰੇ ਕਥਨ ਕੀਤਾ ਜਾਵੇ, ਚਰਚਾ ਕੀਤੀ ਜਾਵੇ, ਉਹਦੇ ਨਾਮੇ ਅਧਿਆਤਮਵਾਦ ਕਹਿੰਦੇ। ਛੇਵਾਂ ਸਮਝ ਲਓ ਆਤਮਵਾਦ ਜਾਂ ਅਧਿਆਤਮਵਾਦ। 6 ਤਰ੍ਹਾਂ ਦਾ ਵਾਦ ਆ। ਵਾਦ ਕਹਿ ਲਓ। ਇਸ ਪ੍ਰਕਾਰ ਆਪਾਂ ਦੀ ਵਿਚਾਰ ਕੀਤੀ ਆ। ਸੋ ਜਿਹੜਾ ਵਾ ਨਾ, ਇਸ ਤਰ੍ਹਾਂ ਸਮਝਣ ਦੀ ਲੋੜ ਆ। ਵਿਚਾਰ ਡੂੰਘੀ ਆ, ਪਰ ਇਹ ਸਮਝ ਪੈ ਜਾਂਦੀ ਜੇ ਆਪਾਂ ਬੜੇ ਧਿਆਨ ਦੇ ਨਾਲ ਪੜ੍ਹੀਏ ਤਾਂ। ਦੋਹਰਾ ਵੇਦਨ ਖੇਦਨ ਥਾਪ ਅਥਾਪ। ਪਿਛਲੇ ਦੇ ਸਾਰੇ ਪਾਠ ਦੱਸੇ ਸੀ ਵੀ 2 ਤਰ੍ਹਾਂ ਰੂਪ 'ਚ ਪਾਠ। ਇੱਕ ਸ਼ਾਸਤਰਨ ਕੋ ਨਹੀਂ, ਨਹਿ ਪਿੱਛਕ ਨਹਿ ਦਾਨ। ਪਿੱਛਕ ਦੀ ਸੱਚੀ ਨੂੰ ਔਂਕੜ, ਬਾਕੀ ਸਾਰੇ ਪਾਠ ਸਹੀ ਆ। ਸ਼ਾਸਤਰਨ ਕੋ ਨਹੀਂ, ਇੱਕ ਤੇ ਇਹ ਪਾਠ ਆ। ਦੂਸਰਾ ਪਾਠ ਆ ਸ਼ਾਸਤਰ ਸੋ ਕੋ ਨਹੀਂ। ਉਹਦੀ ਆਪਾਂ ਦੋਵਾਂ ਦੀ ਵਿਚਾਰ ਕੀਤੀ ਆ। ਸੁਣਨ ਲੱਗਿਆ ਥੋੜਾ ਧਿਆਨ ਦੇ ਨਾਲ ਸੁਣੇ ਤਾਂ ਸਮਝ ਪੂਰੀ ਪੈ ਜਾਏਗੀ। ਜਿਹੜੇ ਜੀਵ ਇਸ ਦੀਆਂ ਵਿੱਚ ਅਵਸਥਾ ਦੱਸੀਆਂ ਨਾ, ਦੇਸ਼ ਕਾਲ ਵਸਤੂ ਈਸ਼ਰ ਦੇ ਵੀ ਆ ਤੇ ਦੇਸ਼ ਕਾਲ ਵਸਤੂ ਜੀਵ ਦੇ ਵੀ ਆ। ਹਾਂਜੀ, ਈਸ਼ ਦੇ ਕਿਹੜੇ ਆ ਦੇਸ਼? ਉਤਪਤੀ ਪਰਲੋ ਤੇ ਲੈਤਾ। ਜੀਵ ਦੇ ਕਿਹੜੇ ਆ ਦੇਸ਼? ਰਿਦਾ ਕੰਠ ਤੇ ਨੇਤਰ। ਤੇ ਜੀਵ ਦੇ ਜਿਹੜੇ ਆ ਸਮੇਂ ਕਾਲ ਕਿਹੜੇ ਆ? ਜਾਗਰਤ ਸੁਪਨ ਸੁਖੋਪ ਦੇ। ਈਸ਼ ਦੇ ਕਿਹੜੇ ਆ? ਭੂਤ ਕਾਲ ਭਵਿੱਖ ਅਤੇ ਵਰਤਮਾਨ। ਇਸ ਤਰ੍ਹਾਂ ਵਸਤੂ ਜੀਵ ਦੀਆਂ ਕਿਹੜੀਆਂ? 3 ਵਿਸ਼ਵ ਤੇਜਸ ਪਰਾਗੇ। ਈਸ਼ ਦੀਆਂ 3 ਅਵਸਥਾ ਕਿਹੜੀਆਂ? ਵਿਰਾਟ, ਹਿਰਨ, ਗਰਭ, ਅਵਿਆਕ੍ਰਿਤ। ਹਾਂਜੀ, ਵੇਦਨ ਖੇਦਨ ਥਾਪ ਅਥਾਪ। ਉਸ ਸਰੂਪ ਵਿੱਚ ਵੇਦ ਕਹੀਏ ਜਿਹੜੇ ਚੰਗੇ ਕੰਮ ਹੁੰਦੇ ਆ, ਚੰਗੇ ਕਰਮ, ਵਿਧੀ ਪੱਖ ਨਾਲ। ਵੇਦ ਅਰਥ ਵਿਧੀ ਪੱਖ ਨਾਲ, ਜਿਹੜੇ ਸ਼ਾਸਤਰਨ ਕਹੇ ਚੰਗੇ ਕਰਮ ਕਰਨ ਲਈ ਜਿਹੜੇ ਕਹੇ ਆ, ਉਸ ਸਰੂਪ ਵਿੱਚ ਨਾ ਚੰਗੇ ਕਰਮ ਆ, ਨਖੇਦ ਕਹੀਏ ਨਾ ਮਾੜੇ ਕਰਮ ਆ।
ਨਾ ਥਪ ਕਹੀਏ ਇਹ ਸਥਿਤੀ ਆ, ਅਥਪ ਕਹੀਏ ਥਪ ਨਾਮ ਹੁੰਦਾ। ਇਸ ਸਥਿਤੀ ਦਾ ਆ ਨਾਮ ਰਹਿਤ ਆ। ਇਸ ਸਥਿਤੀ ਤੋਂ ਰਹਿਤ ਕੀ ਆ ਵੀ ਲੈਤਾ, ਲੈਦਾ ਆਦਿ ਕੀ ਨਹੀਂ ਹੈ। ਇਹ ਸਥਿਤੀ ਜਾਂ ਥਪ ਦਾ ਅਰਥ ਟਿਕਾਓ ਤੇ ਅਥਪ ਦਾ ਅਰਥ ਚਲਾਇਮਾਨ, ਜਾਂ ਥਪ ਦਾ ਅਰਥ ਸਥਿਤੀ ਤੇ ਅਥਪ ਦਾ ਅਰਥ ਲੈਤਾ ਭਾਵ ਜੋ ਚਲਾਇਮਾਨ ਆ। ਇਸ ਤਰ੍ਹਾਂ ਉਸ ਰੂਪ ਵਿੱਚ ਚੰਗੇ ਮਾੜੇ ਕਰਮ, ਇਹ ਸਥਿਤੀ, ਇਸੇ ਥਾਂ ਚਲਾਇਮਾਨਤਾ ਜਾਂ ਇਹ ਸਥਿਤੀ ਜੋ ਸਦਾ ਸਥਰ ਰਹੇ ਤੇ ਅਥਪ ਭਾਵ ਜੋ ਅਸਥਰ ਨਾ ਰਹੇ ਭਾਵ ਲੈ ਹੋ ਜਾਵੇ, ਲੈਤਾ ਆਦਿਕ ਵੀ ਕੁਝ ਨਹੀਂ ਹੈ। ਕਿਉਂਕਿ ਉਸ ਵਿੱਚ ਲੈਤਾ ਪੁਣਾ ਨਹੀਂ ਹੈ ਤੇ ਫਿਰ ਸਥਿਤੀ ਕਾਹਦੀ ਹੋਣੀ, ਦੋਵੇਂ ਚੀਜ਼ਾਂ ਨਹੀਂ ਹੈਗੀਆਂ। ਉਸ 'ਚ ਮਾੜਾ ਕਰਮ ਹੀ ਨਹੀਂ ਹੈ, ਫਿਰ ਚੰਗਾ ਕਰਮ ਕਿਤੇ ਹੋਣਾ। ਜਿੱਥੇ ਚੰਗਾ ਕਰਮ ਹੋਵੇ ਉੱਥੇ ਮਾੜਾ ਵੀ ਆ, ਜਿੱਥੇ ਮਾੜਾ ਉੱਥੇ ਚੰਗਾ ਵੀ। ਉਹਦੇ ਵਿੱਚ ਤੇ ਕੁਝ ਹੈ ਹੀ ਨਹੀਂ ਸਰੂਪ ਵਿੱਚ, ਆਤਮ ਸਰੂਪ ਵਿੱਚ। ਨਹਿ ਪ੍ਰਭ ਨਹਿ ਕੋ ਦਾਸ, ਤੇ ਕੋਈ ਉਸ ਵਿੱਚ ਪ੍ਰਭੂ ਵੱਡਾ ਪੁਣਾ ਅਤੇ ਦਾਸ ਛੋਟਾ ਪੁਣਾ ਵੀ ਨਹੀਂ। ਅਥਵਾ ਪ੍ਰਭ ਕਹੀਏ ਮਾਲਕ ਪੁਣਾ, ਦਾਸ ਕਹੀਏ ਗੁਲਾਮ ਪੁਣਾ, ਇਹ ਵੀ ਨਹੀਂ ਹੈ। ਇਹ ਕੁਝ ਨਹੀਂ ਉਸ ਸਰੂਪ ਵਿੱਚ। ਕੇਵਲ ਸੁਧ ਸਰੂਪ ਹੋਂ, ਕੇਵਲ ਕਿ ਸਿਰਫ ਜਿਹੜਾ ਸਰੂਪ ਹੋਂ, ਸੋ ਹੋਂ ਦਾ ਅਰਥ ਮੈਂ, ਸੋ ਕੇਵਲ ਹੋਂ ਦਾ ਅਰਥ ਮੈਂ, ਸੋ ਮੈਂ ਕੇਵਲ ਉਹ ਇੱਕੋ ਇੱਕ ਹੀ ਸ਼ੁੱਧ ਸਰੂਪ ਹੀ ਹਾਂ। ਸ਼ੁੱਧ ਸਰੂਪ 'ਚ ਕੁਝ ਵੀ ਨਹੀਂ ਹੈ, ਨਾ ਦਾਸ ਪੁਣਾ, ਨਾ ਮਾਲਕ ਪੁਣਾ, ਨਾ ਵਿਦ ਨਿਖੇਧ ਥਾਪ ਥਾਪ, ਕੁਝ ਵੀ ਨਹੀਂ ਹੈ। ਪੂਰਨ ਸੁਤ ਹੈ ਪ੍ਰਕਾਸ਼, ਤੇ ਪੂਰਨ ਕਹੀਏ ਵਿਆਪਕ ਹਾਂ। ਵਿਆਪਕ ਹੈ ਮੇਰਾ ਸਰੂਪ ਅਤੇ ਸੁਤੇ ਪ੍ਰਕਾਸ਼, ਆਪਣੇ ਆਪ ਤੋਂ ਪ੍ਰਕਾਸ਼ ਰੂਪ ਆ, ਭਾਵ ਕਿਸੇ ਦਾ ਪ੍ਰਕਾਸ਼ ਕਰਨ ਵਾਲਾ ਨਹੀਂ ਆ। ਸੂਰਜ, ਚੰਦਰਮਾ, ਬਿਜਲੀ, ਅਗਨੀ, ਜੁਗਨੂ, ਬੁੱਧੀ, ਇਹ ਸਭ ਨੂੰ ਜੋ ਚੇਤਨ ਪ੍ਰਕਾਸ਼ ਕਰਦਾ ਤੇ ਆਪਣੇ ਆਪ ਸੁਤੇ ਸਿੱਧ ਜੋ ਪ੍ਰਕਾਸ਼, ਉਹ ਪਰਿਪੂਰਨ ਮੇਰਾ ਸਰੂਪ ਹੈ। ਕੇਵਲ ਸੋਧੀ ਸਰੂਪ ਹੈ। ਦਾਸ ਪੁਣਾ ਤੇ ਮਾਲਕ ਪੁਣਾ ਕੋਈ ਨਹੀਂ ਹੈ, ਵੱਡਾ ਪੁਣਾ ਛੋਟਾ ਪੁਣਾ 'ਚ ਕੋਈ ਨਹੀਂ ਹੈ। ਭਾਵ ਉਹ ਹੈ ਹੀ ਇੱਕੋ ਇੱਕ। ਜੇ ਦੂਜਾ ਹੋਵੇ ਤਾਂ ਆਖੇ ਵੀ ਉਹ ਤੋਂ ਵੱਡਾ ਆ, ਜੇ ਦੂਜਾ ਹੋਵੇ ਤਾਂ ਆਖੇ ਵੀ ਉਹ ਤੋਂ ਛੋਟਾ ਵਾ ਹੈ, ਤੇ ਤਾਂ ਹੀ ਉਹਨੂੰ ਮਾਲਕ ਆਖਿਆ ਜਾਵੇ ਨਾ। ਜੇ ਕੋਈ ਦੂਜਾ ਹੋਵੇ ਵਰਗਾ ਵੀ ਉਹਦੇ ਵੀ ਦੂਜਾ ਦਾਸ ਹੈਗਾ, ਉਹਦੇ ਬਰਾਬਰ ਦਾ ਉਹਦਾ ਨੌਕਰ ਆ ਉਹ ਮਾਲਕ, ਨਾ ਉਸ ਆਤਮ ਸਰੂਪ ਦਾ ਵਰਗਾ ਕੋਈ ਦੂਜਾ ਹੈ ਹੀ ਨਹੀਂ। ਜਿਸ ਕਰਕੇ ਨਾ ਤਾਂ ਕੋਈ ਤੇ ਨਾ ਨੂੰ ਕਿਸੇ ਦੇ ਅਧੀਨ ਹੈ, ਇਸ ਕਰਕੇ ਦਾਸ ਦੀ ਜ਼ਰੂਰਤ ਨਹੀਂ ਹੈ। ਜਦੋਂ ਦਾਸ ਹੀ ਨਹੀਂ ਹੈਗਾ ਫਿਰ ਮਾਲਕ ਕਿੱਥੋਂ ਬਣਨਾ ਹੈ। ਇਸ ਪ੍ਰਕਾਰ ਕੁਝ ਵੀ ਨਹੀਂ ਹੈ, ਮੁੱਕਦੀ ਗੱਲ ਕੁਝ ਵੀ ਨਹੀਂ ਹੈ ਉਸ ਸਰੂਪ ਵਿੱਚ। ਵਿਧੀ ਹੁਣੇ ਦੱਸਿਆ ਨਾ, ਵਿਧੀ ਹੁੰਦਾ ਵਾ ਵਿਧੀ ਪੱਖ ਤੇ ਨਿਖੇਧ ਪੱਖ। ਜਿਹੜੇ ਆਪਣੇ ਇਸ਼ਟ ਦੀ ਉਸਤਤੀ ਕਰਨੀ ਬ੍ਰਹਮ ਚੇਤਨ 'ਚ ਨਹੀਂ ਆਏ, ਕਿਉਂਕਿ ਬ੍ਰਹਮ ਦਾ ਕੋਈ ਇਸ਼ਟ ਦੇਵ ਹੀ ਨਹੀਂ ਹੈ ਐਸਾ ਹੈ। ਵੇਦ ਨਿਖੇਧ ਸਾਧ ਸੰਗਤ ਜੀ, ਇਹ ਵਿਧੀ ਪੱਖ ਦੇ ਜੀਵ ਰੂਪ ਵਿੱਚ ਆ ਵੀ ਮੈਂ ਚੰਗੇ ਕੰਮ ਕਰਨੇ ਆ, ਨਿਖੇਧ ਵੀ ਮੈਂ ਮਾੜੇ ਕਰਮ ਕਰਦਾ ਹਾਂ। ਉਹ ਆਤਮ ਸਰੂਪ ਨੂੰ ਜਿਹੜਾ ਹੈ ਉਹ ਕੋਈ ਸ਼ਾਸਤਰ ਦੇ ਵਿੱਚ ਪੜ੍ਹਨ ਦੀ ਜ਼ਰੂਰਤ ਨਹੀਂ ਆ, ਨਾ ਕੋਈ ਉਸਨੂੰ ਚੰਗੇ ਮਾੜੇ ਕਰਮ ਕਰਨ ਦੀ ਜ਼ਰੂਰਤ ਆ, ਕਿਉਂਕਿ ਉਹਨੇ ਚੰਗੇ ਕੰਮ ਕਰਕੇ ਪੁੰਨ ਕਰਕੇ ਜਾਣਾ ਕਿੱਥੇ ਆ। ਹਾਂ, ਉਸ ਵਰਗ ਨੂੰ ਪ੍ਰਕਾਸ਼ਣ ਵਾਲਾ ਵੀ ਆਪ ਹੀ ਆ। ਹਾਂਜੀ, ਤੇ ਉਹ ਤਾਂ ਸਭ ਕੁਝ ਕਰਨ ਵਾਲਾ, ਇਸ ਕਰਕੇ ਉਹਨੇ ਕਿਤੇ ਜਾਣਾ ਤੇ ਹੈ ਨਹੀਂ ਜਿਹੜਾ ਵੀ ਆਖੇ ਵੀ ਮੈਂ ਚੰਗੇ ਕੰਮ ਕਰਾਂ ਸਵਰਗ ਜਾਵਾਂਗਾ, ਮੰਦੇ ਕਰ ਨਰਕ 'ਚ ਪੈ ਜਾਊਂਗਾ। ਮਤਲਬ ਕਰਮ ਹੀ ਕੋਈ ਨਹੀਂ ਹੈਗਾ ਉੱਥੇ, ਕੋਈ ਕਰਮ ਨਹੀਂ। ਕਰਮ ਤੇ ਸਰੀਰ ਦੇ ਨਾਲ ਸੰਬੰਧ ਹੈ, ਅੰਤःਕਰਨ ਨਾਲ ਸੰਬੰਧ ਹੈ। ਵਿਧੀ ਪੱਖ ਦੂਸਰੇ ਅਵਤਾਰਾਂ ਦੇ ਸਮਾਨ ਆਪਣੇ ਇਸ਼ਟ ਦੇਵ ਨੂੰ ਕਹਿ ਕੇ ਆਪਣੇ ਇਸ਼ਟ ਦੇਵ ਦੀ ਉਸਤਤੀ ਕਰਨੀ।
ਬਿਧ ਤੇ ਨਖੇਧ ਦਾ ਉਦਾਂ ਆਪਾਂ ਅਰਥ ਕਰਦੇ ਨੋਟ ਵਜੋਂ ਹੀ ਵੀ ਬਿਧ ਕਿਹਨੂੰ ਕਹਿੰਦੇ ਤੇ ਨਖੇਧ। ਇੱਕ ਦੇ ਵਿਧ ਕਰਮ ਵਿਧੀ ਨਾਲ ਕਰਨੇ ਕਰਮ ਜਿਹੜੇ ਸ਼ਾਸਤਰਾਂ ਨੇ ਕਹੇ, ਨਖੇਧ ਜਿਹੜੇ ਸ਼ਾਸਤਰਾਂ 'ਚ ਵਰਜਿਤ ਆ ਤੇ ਉਹ ਨਖੇਧ ਕਰਮ ਹੁੰਦੇ ਆ। ਤੇ ਵਿਦੇਹ ਪੱਖ ਤੇ ਨਖੇਧ ਪੱਖ ਬੜਾ ਕੀ ਹੁੰਦਾ। ਵਿਦੇਹ ਪੱਖ ਹੁੰਦਾ ਵੀ ਦੂਸਰੇ ਅਵਤਾਰਾਂ ਦੇ ਸਮਾਨ ਆਪਣੇ ਇਸ਼ਟ ਦੇਵ ਨੂੰ ਕਹਿ ਕੇ ਵੀ ਚਲੋ ਵੀ ਕ੍ਰਿਸ਼ਨ ਭਗਵਾਨ ਮਹਾਨ ਸਨ, ਹਾਂ ਉਹਨਾਂ ਦੀ ਵੀ ਸਤੁਤੀ ਕਰਨੀ, ਸਤਿਗੁਰੂ ਦੀ ਵੀ ਕਰਨੀ, ਤੇ ਆਪਣੇ ਇਸ਼ਟ ਦੇਵ ਦੀ ਵਧੇਰੇ ਪੱਖ ਨਾ ਕਰਨਾ। ਮਤਲਬ ਉਹਨਾਂ ਦਾ ਵੀ ਸਤਿਕਾਰ ਕਰਨਾ ਦੂਜੇ ਅਵਤਾਰਾਂ ਦਾ, ਤੇ ਆਪਣੇ ਗੁਰੂ ਦਾ ਦੂਣਾ ਸਤਿਕਾਰ ਕਰਨਾ ਵਿਧੀ ਪੱਖ ਹੁੰਦਾ ਹੈ। ਜਾਂ ਇੱਕ ਸਮਾਨ ਕਹਿ ਕੇ ਵੀ ਕ੍ਰਿਸ਼ਨ ਭਗਵਾਨ ਹੀ ਪੂਜਨੀਕ ਸਨ ਤ੍ਰੇਤੇ ਵਿੱਚ, ਹੁਣ ਦੁਆਸਾ ਕਲਯੁਗ ਆ, ਤੇ ਵੀ ਗੁਰੂ ਨਾਨਕ ਸਾਹਿਬ ਜੀ ਹੁਣ ਮਹਾਨ ਪੂਜਨੀਕ। ਇਸ ਤਰ੍ਹਾਂ ਦੋਵੇਂ ਪੱਖ 'ਚ ਰੱਖ ਕੇ ਬਰਾਬਰ ਨਾਲ ਚੱਲਣਾ, ਬਰਾਬਰਤਾ ਨਾਲ। ਨਖੇਧ ਪੱਖ ਹੁੰਦਾ ਵੀ ਦੂਸਰੇ ਅਵਤਾਰਾਂ ਨੂੰ ਬਿਲਕੁਲ ਹੀ ਜਮਾ ਕਰਾ ਦੇਣਾ, ਉਹਦੇ ਐਵੇਂ ਸੀ ਉਹਦੇ ਤੈਵੇਂ ਸੀ, ਆਪਣੀ ਇਸ਼ਟ ਦੀ ਉਸਤਤੀ ਕਰਨੀ ਨਖੇਧ ਪੱਖ ਆ। ਕਿਉਂਕਿ ਜਦੋਂ ਆਪਾਂ ਚਾਰ ਸਰੀਰ ਬੈਠੇ ਹਾਂ ਚਾਰੇ ਧਰਮਾਂ ਦੇ, ਸਾਰਿਆਂ ਨੂੰ ਗਿਰਾ ਕੇ ਆਪਣੇ ਧਰਮ ਨੂੰ ਆਪਾਂ ਉੱਚਾ ਕਵਾਂਗੇ, ਫਿਰ ਉਹ 'ਤੇ ਨਖੇਧ ਪੱਖ ਹੋ ਜਾਊਗਾ, ਵਿਰੋਧ ਹੋ ਜਾਊਗਾ। ਮਤਲਬ ਚੌਵਾਂ ਵਿੱਚ ਇਹਨਾਂ ਦਾ ਚੌਵਾਂ ਧਰਮਾਂ ਦਾ ਹੀ ਸਤਿਕਾਰ ਕਰਕੇ ਆਪਣੇ ਗੁਰੂ ਦੀ ਉਸਤਤ ਕਰਨੀ, ਇਹ ਵਿਦੇਹ ਪੱਖ ਆ, ਵਿਧੀ ਪੱਖ ਆ। ਇਹ ਕਹਿਣ ਦਾ ਮਤਲਬ ਹੈ। ਸੋਰਠਾ ਧਿਆਤਾ ਧਿਆਨ ਧੇ ਧੇ ਧੇ। ਇਹ ਧੇ ਪਾਠ ਪੜਾ ਕਿਵੇਂ ਬਣਦਾ। ਧਦੇ ਸਿਹਾਰੀ ਜਈਆ ਪਾਉਣਾ ਉਹਨੂੰ ਲਾਵਾਂ ਆ, ਅੱਗੇ ਜਈਆ ਪੂਰਾ ਤੇ ਧੇ ਹੈ ਭਾਵ ਧਦੇ ਸਿਹਾਰੀ ਤੇ ਈੜੀ ਲਾਵਾਂ ਤੇ ਐੜਾ ਹੋ ਜਿੱਤੇ ਹੈ। ਏਦਾਂ ਪਾਠ ਹੋ ਜਾਣਾ ਉਚਾਰਨ ਵਿੱਚ। ਧਿਆਤਾ ਧਿਆਨ ਧੇ। ਹੇ ਗੁਰੂ ਜੀ, ਉੱਥੇ ਜਿਹੜਾ ਮੇਰਾ ਆਤਮ ਸਰੂਪ ਹੈ ਨਾ, ਉਹਦੇ ਧਿਆਤਾ ਧਿਆਨ ਤੇਰੀ ਤ੍ਰਿਕਟੀ ਵੀ ਨਹੀਂ। ਧਿਆਤਾ ਧਿਆਨ ਨਾ ਧੇ ਉੱਥੇ ਕਿੱਥੇ ਮਾਮਨੇ ਸੁੱਧ ਸਰੂਪ ਮੈਂ ਸੋਰਠਾ ਜੂਏ, ਸੋਰਠੇ ਵਿੱਚ ਆ। ਧਿਆਤਾ ਧਿਆਨ ਨਾ ਧੇ ਮਾਮਨੇ ਸਰੂਪ ਮਾਮਨੇ ਸੁੱਧ ਸਰੂਪ ਮੈਂ। ਮੇਰੇ ਨਿਜ ਆਪਣੇ ਆਤਮ ਸ਼ੁੱਧ ਸਰੂਪ ਵਿੱਚ ਬ੍ਰਹਮ ਜੋ ਸ਼ੁੱਧ ਸਰੂਪ ਬ੍ਰਹਮ ਆ, ਉਹਦਾ ਰੂਪ ਜਿਹੜਾ ਮੇਰਾ ਨਿਜ ਕਹੀਏ ਆਪਣਾ ਆਤਮ ਸਰੂਪ ਆ, ਉਸ ਵਿੱਚ ਧਿਆਤਾ ਧਿਆਨ ਧੇ ਦੀ ਜਿਹੜੀ ਤ੍ਰਿਕਟੀ ਆ ਉਹ ਵੀ ਮਹਾਰਾਜ ਨਹੀਂ। ਠੀਕ ਆ ਜੀ। ਹੁਣੇ ਦੱਸਿਆ ਵੀ ਧਿਆਤਾ ਹੁੰਦਾ ਵਾ ਧਿਆਨ ਕਰਨ ਵਾਲਾ, ਭਾਵ ਸਿੱਧਾ ਸੌਖਾ ਅਰਥ ਵਾਸਤੇ ਬੰਦਾ, ਤੇ ਧਿਆਨ ਹੁੰਦਾ ਵੀ ਜਿਸ ਧਿਆਨ ਦੇ ਦੁਆਰਾ ਭਾਵੇਂ ਉਹ ਜੋ ਗ੍ਰੰਥ 'ਚ ਵਿਧੀ ਦੱਸੀ ਉਸ ਦੇ ਧਿਆਨ ਲਾਉਣਾ, ਉਹਦੀ ਤਰ੍ਹਾਂ ਧਿਆਨ ਜਿਸ ਧਿਆਨ ਦੇ ਦੁਆਰਾ ਤੇ ਕਈ ਜਿਸ 'ਚ ਲਾਉਣਾ, ਜਿਸ 'ਚ ਲਾਉਣਾ ਮਤਲਬ ਧਿਆਨ ਦਾ ਜੋ ਵਿਸ਼ਾ ਉਹ ਧੇ ਆ। ਧਿਆਨ ਦਾ ਜਿਸ ਧਿਆਨ 'ਚ ਲਾਉਣਾ। ਜਿਵੇਂ ਆਪਾਂ ਹੁਣ ਬੈਠੇ ਹਾਂ, ਇਹ ਮੈਂ ਜਿੱਦਾਂ ਹੁਣ ਅਸੀਂ ਹੋ ਗਏ, ਆਪਾਂ ਹੋ ਗਏ ਧਿਆਤਾ। ਧਿਆਨ ਕੀ ਆ, ਮਨ ਦੁਆਰਾ ਹੀ ਲਾਉਣਾ, ਤੇ ਲਾਉਣਾ ਕਿੱਥੇ ਭਰਵੱਟਿਆਂ ਦੇ ਵਿੱਚ ਘਰ ਜੇ ਜਾ ਕੇ ਨੱਕ ਦੀ ਸੇਧ ਤੇ ਇਸ ਧਿਆਨ ਦੁਆਰਾ। ਤੇ ਜਿਵੇਂ ਸਰੂਪ ਗੁਰੂ ਸੱਚੇ ਪਾਤਸ਼ਾਹ ਜੀ ਦਾ ਕੋਈ, ਜਿਵੇਂ ਫੋਟੋ ਦੇ ਵੇਨੇ, ਉਹ ਫੋਟੋ ਦੇ ਧਿਆਨ ਦੇ ਦੁਆਰਾ ਚੇਤੇ ਜੇ ਕਰਕੇ ਨੇਤਰਾਂ ਵਿੱਚ ਇੱਥੇ ਅੰਦਰ ਹੀ ਅੰਦਰ ਨੇਤਰ ਬੰਦ ਕਰਕੇ ਤੇ ਲਾਉਣਾ ਕਿੱਥੇ ਆ, ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ, ਜਿਹਨੂੰ ਜਾਣਨਾ। ਧਿਆਨ ਦਾ ਜੋ ਭਾਵ ਜਿਸ ਧਿਆਨ ਦਾ ਜੋ ਵਿਸ਼ਾ ਨਾ, ਜਿਸ 'ਚ ਲਾਉਣਾ ਧਿਆਨ, ਉਹਨੂੰ ਕਹੀਦਾ ਤੇ। ਇਹ ਜੀਵ ਪੁਣੇ ਜਿਹਾ ਉਹ ਆਤਮ ਸਰੂਪ ਵਿੱਚ ਨਹੀਂ ਹੈ, ਮੇਰੇ ਨਿਜ ਸਰੂਪ 'ਚ ਹੈ ਗੁਰੂ ਜੀ ਨਹੀਂ ਹੈ। ਉਪਾਦੇ ਨਹੀਂ। ਇਹ ਤਿੰਨ ਤ੍ਰਿਕੁਟੀਆਂ ਵਾ। ਕਿਹੜੀਆਂ? ਧਿਆਤਾ ਧਿਆਨ ਤੇ ਗਿਆਤਾ ਗਿਆਨ ਗੇ ਪ੍ਰਮਾਤਾ ਪ੍ਰਮਾਣ ਪਰਮੇ। ਉਪਾਦੇਯ ਨਹੀਂ। ਉਪਾਦੇਯ ਅਰਥ ਹੁੰਦਾ ਵਾ ਗ੍ਰਹਿਣ ਕਰਨ ਯੋਗ, ਅਤੇ ਹੇ ਹੁੰਦਾ ਵਾ ਤਿਆਗ ਕਰਨ ਯੋਗ। ਨਹੀਂ, ਇਹ ਵੀ ਕੁਝ ਮੇਰੇ ਸਰੂਪ ਵਿੱਚ ਨਹੀਂ ਹੈ। ਸਰਬ ਰੂਪ ਸਬਦ ਹੈ ਪਰੇ। ਹੇ ਗੁਰੂ ਜੀ, ਮੇਰਾ ਜਿਹੜਾ ਸਰੂਪ ਆ
ਰੂਪ ਕਹੀਏ ਮੇਰਾ ਜਿਹੜਾ ਸਰੂਪ ਆ ਉਹ ਸਰਬ ਕਹੀਏ ਸਾਰਿਆਂ, ਸਰਬ ਰੂਪ ਮੇਰਾ ਜਿਹੜਾ ਸਰੂਪ ਹੈ ਉਹ ਸਾਰਿਆਂ ਦਾ ਰੂਪ ਆ। ਹਾਂਜੀ, ਮੇਰਾ ਆਤਮਾ ਆਹ ਸਰਬ ਦਾ ਹੀ ਰੂਪ ਹੈ, ਸਭ ਚੀਜ਼ ਮੇਰਾ ਹੀ ਆਤਮਾ ਸਮਾਇਆ, ਇੱਕੋ ਹੀ ਇੱਕ ਆਤਮਾ ਹੈ। ਏਕ ਸੂਤ ਸਭ ਜਗਤ ਪਰੋਏ, ਇੱਕੋ ਹੀ ਮੇਰਾ ਆਤਮਾ ਜਿਹੜਾ ਨਾ ਸੂਤ ਦੀ ਨਿਆਈ ਜੀਵਾਂ ਰੂਪੀ ਮਣਕੇ ਨੂੰ ਪਰੋਇਆ ਹੋਇਆ, ਸਭ ਤੋਂ ਪਰੇ ਤੇ ਸਭ ਤੋਂ ਪਰੇ ਵੀ। ਸੂਤ ਮਣਕਿਆਂ ਵਿੱਚ ਜ਼ਰੂਰ ਲੰਘਿਆ ਵਾ, ਹਾਂਜੀ, ਪਰ ਹੈ ਉਹ ਵੇਖੋ ਵੱਖਰਾ ਹੀ, ਪ੍ਰਤੀਤ ਜ਼ਰੂਰ ਹੁੰਦਾ ਵੀ ਮਾਲਾ ਵਿੱਚ ਹੀ ਆ, ਪਰ ਧਾਗਾ ਵੱਖਰਾ, ਮਣਕੇ ਵੱਖਰੇ ਹੀ। ਇਸੇ ਤਰ੍ਹਾਂ ਸਭ ਤੋਂ ਪਰੇ ਵੀ ਹੈ, ਸਾਰਿਆਂ ਵਿੱਚ ਸਮਾਇਆ ਵੀ ਹੈ, ਧਾਗਾ ਮਣਕੇ ਵਿੱਚ ਲੰਘਿਆ ਵੀ ਹੈ, ਇਸ ਕਰਕੇ ਵਿੱਚ ਦੀ ਵੀ ਲੰਘਿਆ, ਵੱਖਰਾ ਵੀ, ਧਾਗਾ ਟੁੱਟਣ ਵਿੱਚ ਨਿਗਲਦੀ ਦੇਰ ਹੈ, ਮਣਕੇ ਵੱਖਰੇ, ਸੂਰਤ ਵੱਖਰਾ। ਇਸ ਪ੍ਰਕਾਰ ਕਹਿ ਰਿਹਾ ਸਰਬ ਰੂਪ ਸਭ ਤੇ ਪਰੇ, ਮੇਰਾ ਜਿਹੜਾ ਸਰੂਪ ਆ ਸਾਰਿਆਂ ਵਿੱਚ ਹੀ ਮਿਲਿਆ ਹੋਇਆ ਹੈ, ਸਾਰੇ ਰੂਪਾਂ ਵਿੱਚ ਤੇ ਸਭ ਤੋਂ ਪਰੇ ਵੀ, ਦੂਰ ਵੀ ਹੈ। ਉਪਾਦੇ ਹੁੰਦਾ ਗ੍ਰਹਿਣ ਕਰਨ ਯੋਗ ਤੇ ਤਿਆਗ ਕਰਨ ਯੋਗ ਹੈ। ਉਪਾਦੇ ਸਮਝ ਲਓ ਵੀ ਜਿਵੇਂ ਕੋਈ ਗਿਆਨ ਹੀ ਗ੍ਰਹਿਣ ਕਰਨ ਯੋਗ ਹੈ, ਉਹ ਆਤਮਾ ਸਰੂਪ ਵਿੱਚ ਕੋਈ ਗਿਆਨ ਦੀ ਜ਼ਰੂਰਤ ਥੋੜ੍ਹੀ ਹੈ, ਗਿਆਨ ਦੁਆਰਾ ਤੇ ਆਤਮ ਸਰੂਪ ਨੂੰ ਪ੍ਰਾਪਤ ਕਰਨਾ। ਹਾਂਜੀ, ਤੇ ਇਸ ਕਾਰਨ ਗ੍ਰਹਿਣ ਕਰਨ ਯੋਗ ਜਿਹੜਾ ਗਿਆਨ ਆ ਉਹ ਵੀ ਆਤਮ ਸਰੂਪ ਮੇਰੇ 'ਚ ਨਹੀਂ ਹੈ, ਤੇ ਇਹ ਨਾਮ ਹੁੰਦਾ ਵਾ ਤਿਆਗ ਕਰਨ ਯੋਗ। ਮੈਂ ਵੀ ਅਵਗੁਣ ਛੱਡਦਾ, ਅਗਿਆਨ ਗੁਣਾ ਛੱਡਦਾ, ਮੰਦ ਵਿਕਾਰ ਛੱਡਦਾ, ਇਹ ਵੀ ਜੀਵ ਇਹ ਅੰਤःਕਰਨ ਦੇ ਕਰਮ ਆ, ਮਨ ਦੀਆਂ ਬਿਰਤੀਆਂ ਦੇ ਕਰਮ ਆ। ਆਤਮਾ ਵਿੱਚ ਥੋੜ੍ਹੀ ਹੈ ਕੁਝ ਵੀ, ਉਹਦੇ 'ਚ ਤਿਆਗ ਕਰਨ ਦੀ ਯੋਗ ਨਹੀਂ। ਮਤਲਬ ਕਹਿਣ ਤੋਂ ਆ ਸਰੀਰਾਂ ਤੋਂ ਵੀ ਪਰੇ, ਉਹਦਾ ਬਸ ਇੰਨਾ ਕੰਮ ਆ ਪ੍ਰਕਾਸ਼ ਕਰਨਾ। ਇਸ ਪ੍ਰਕਾਰ ਤਿਆਗ ਕਰਨ ਯੋਗ ਉਪਾਦੇ ਕਹੀਏ ਗ੍ਰਹਿਣ ਕਰਨ ਯੋਗ ਭਾਵ ਗਿਆਨ, ਤੇ ਇਹ ਨਾਮ ਕਹੀਦਾ ਤਿਆਗ ਕਰਨ ਯੋਗ ਜਿਹੜਾ ਗਿਆਨ, ਇਹ ਵੀ ਮੇਰੇ ਇਸ ਰੂਪ ਵਿੱਚ ਨਹੀਂ। ਗਿਆਨ ਕੁਝ ਨਹੀਂ ਹੈ, ਕੁਝ ਵੀ ਨਹੀਂ ਹੈ, ਮਤਲਬ ਐਸਾ ਹੈ ਆਤਮ ਸਰੂਪ ਪ੍ਰਕਾਸ਼ ਚੇਤਨ ਸਰੂਪ। ਬਸ ਜਿਹਨੇ ਗਿਆਨ ਕਰਾਉਣਾ ਤੇ ਜਿਹੜੇ ਤਿਆਗ ਕਰਾਉਣਾ, ਉਹ ਹੈ ਮੇਰਾ ਸਰੂਪ। ਜਿਹਨੇ ਕਰਾਉਣਾ ਵਾ ਮਤਲਬ ਕਰਨਾ ਨਹੀਂ ਹੈ ਨਾ ਤਿਆਗਣਾ ਹੀ ਹੈ, ਉਹ ਹੈ ਮੇਰਾ ਸਰੂਪ। ਦੋਹਰਾ ਕਹਿਓ ਸਿੱਖ ਅਨੁਭਵ ਸਭ ਹੈ, ਇਉਂ ਸਿੱਖ ਨੇ ਆਪਣਾ ਸਾਰਾ ਅਨੁਭਵੀ ਗਿਆਨ ਜਿਹੜਾ ਸਿੱਖ ਹੈ, ਸਿੱਖ ਭਾਵ ਸਿੱਖਿਆ ਪਾਠ ਇੱਥੇ ਜੀ ਸਸੇ ਸਿਆਰੀ ਕੱਖਾ ਜਈਆ ਪਾਉਣ। ਕਹਿਓ ਸਿੱਖ, ਸਿੱਖ ਨੇ ਇਸ ਤਰ੍ਹਾਂ ਕਹਿਆ ਕਿ ਅਨੁਭਵ ਜਿਹੜਾ ਉਹਨੂੰ ਅਨੁਭਵੀ ਗਿਆਨ ਹੋਇਆ ਸੀ ਨਾ, ਸਭੇ ਕਹੀਓ ਸਾਰਾ ਹੀ ਆਪਣੇ ਗੁਰੂ ਦੇ ਤਾਂ ਹੀ ਕਿਹਾ। ਰਹਿਓ ਮੋਨ ਗਹਿ ਸੋਏ, ਤੇ ਫਿਰ ਉਹ ਸਿੱਖ ਜਿਹੜਾ ਮੋਨ ਕਹੀਏ ਚੁੱਪ ਜੀ ਗਹਿ ਕਹੀਏ ਫੜ ਕੇ ਤੇ ਸ਼ਾਂਤ ਹੋ ਗਏ। ਰਹਿਓ ਮੋਨ ਗਹਿ ਸੋਏ, ਉਹ ਸਿੱਖ ਜਿਹੜਾ ਸੀ ਨਾ ਫਿਰ ਚੁੱਪ ਗ੍ਰਹਿਣ ਕਰਕੇ ਤੇ ਬੈਠ ਰਹੇ ਆ, ਭਾਵ ਗੁਰੂ ਜੀ ਨੂੰ ਆਪਣਾ ਸਾਰਾ ਅਨੁਭਵ ਗਿਆਨ ਕਹਿ ਕੇ ਤੇ ਚੁੱਪ ਕਰ ਗਿਆ। ਕਹਿਓ ਸਿੱਖਿਆ ਅਨੁਭਵ ਸਭੇ, ਸਿੱਖ ਦਾ ਅਰਥ ਹੁੰਦਾ ਸਿੱਖਿਆਰਥੀ, ਜਿਹਨੇ ਸਿੱਖਿਆ ਲਈ, ਸਿੱਖਿਆ ਨੂੰ ਗ੍ਰਹਿਣ ਕਰਨ ਵਾਲਾ ਸਿੱਖ। ਸਿੱਖ ਨੇ ਆਪਣਾ ਸਾਰਾ ਹੀ ਸਭੇ ਕਹੀਏ ਸਾਰਾ ਹੀ ਅਨੁਭਵ ਜਿਹੜਾ ਤਜਰਬਾ ਗਿਆਨ ਹੀ ਉਹ ਮੁੱਖ ਦੁਆਰਾ ਕਹਿਓ ਕਥਨ ਕਰਕੇ ਸੁਣਾ ਦਿੱਤਾ ਗੁਰੂ ਜੀ ਨੂੰ। ਤੇ ਰਹਿਓ ਮੌਨ ਗਏ ਸੋਏ, ਉਹ ਜਿਹੜਾ ਸਿੱਖ ਸੀ ਫਿਰ ਉਹ ਗਿਆਨ ਦੀ ਪ੍ਰਾਪਤੀ ਕਰਨ ਵਾਲੀ ਜਿਹੜੀ ਵਿਚਾਰ ਆ, ਰਹਿਓ ਮੌਨ ਗਏ ਸੋਏ, ਫਿਰ ਚੁੱਪ ਜਾ ਕਰ ਗਿਆ। ਤੇ ਜਿਹੜਾ ਸੋਏ ਕਹੀਏ ਉਸਨੂੰ ਗਿਆਨ ਪ੍ਰਾਪਤ ਹੋਇਆ ਨਾ ਅਨੁਭਵ, ਉਹਨੂੰ ਗ੍ਰਹਿਣ ਕਰਕੇ ਨਾ ਪਕੜ ਕੇ ਹਿਰਦੇ ਵਿੱਚ ਤੇ ਮੌਨ ਰਹੇ, ਚੁੱਪ ਜਾ ਹੋ ਕੇ ਬਹਿ ਗਿਆ। ਰਹਿਓ ਮੌਨ ਗਏ, ਜਾਂ ਵੀ ਜਦੋਂ ਅਨੁਭਵ ਸਿੱਖ ਆਪਣਾ ਗਿਆਨ ਕਹਿੰਦਾ ਰਿਹਾ ਰਹਿਓ ਮੌਨ ਗਏ ਸੋਏ, ਉਹ ਸੋਏ ਕਈ ਜਿਹੜੇ ਉਹ ਗੁਰੂ ਸੀ ਉਹਦੀ, ਉਹ ਗਏ ਮੌਨ ਕੇ ਚੁੱਪ ਜੀ ਗਹਿ ਕੇ ਗ੍ਰਹਿਣ ਕਰਕੇ ਤੇ ਬੈਠੇ ਰਹੇ, ਸੁਣਦੇ ਰਹੇ ਸਾਰਾ ਕੁਝ। ਤੇ ਸੁਣਦੇ ਹੀ
ਗੁਰੂ ਵੀ ਸ਼ਾਂਤ ਜੇ ਹੋਏ। ਬੋਲੇ ਦਾਸ ਅਨਾਥ ਕਹੈ। ਅਨਾਥ ਕਹੀਏ, ਅਨਾਥਪੁਰੀ ਸੰਤ ਜੀ ਕਹਿੰਦੇ ਆ, ਸਿੱਖ ਦਾ ਅਨੁਭਵ ਸੁਣ ਕੇ ਨਾ ਬੋਲੇ ਗੁਰੂ ਜੀ, ਫਿਰ ਬੋਲੇ ਕਹੀਏ, ਬੋਲੇ ਗੁਰੂ ਜੀ ਵੀ ਤੇਰਾ ਜੋ ਇਹ ਸਿੱਖ ਸੋ ਗੁਰ ਸਿੱਖ ਤਨ ਜੋਏ। ਸੋ ਕਹੀਏ ਸ੍ਰੇਸ਼ਟ, ਇਹੀ ਤਨ ਕਹੀਏ ਸਰੂਪ ਹੈ ਜੋ ਤੈਂ ਜੋ ਇਹ ਕਹੀਏ ਦੇਖ ਲਿਆ ਹੈ। ਸੋ ਗੁਰ ਸਿੱਖ ਤਨ ਜੋਏ। ਕਵੀ ਨਾਥਪੁਰੀ ਜੀ ਕਹਿੰਦੇ ਆ ਵੀ ਸਿੱਖ ਦੇ ਸਰੀਰ ਨੂੰ ਕਿਰਪਾ ਦ੍ਰਿਸ਼ਟੀ ਨਾਲ ਜੋਏ ਤੱਕ ਕੇ, ਸੋ ਭਲੀ ਪ੍ਰਕਾਰ ਗੁਰੂ ਜੀ ਬੋਲੇ ਕਹਿਣ ਲੱਗੇ। ਫਿਰ ਗੁਰੂ ਜੀ ਕਹਿਣ ਲੱਗੇ, ਉਹ ਅਗਲੇ ਦਿਹਾੜੇ ਕਹਿਣਗੇ, ਬੋਲੇ ਦਾਸ ਅਨਾਥ ਕਹੈ। ਅਨਾਥ ਪੂਰੀ ਸੰਤ ਜੀ ਕਹਿੰਦੇ ਆ ਵੀ ਆਪਣੇ ਦਾਸ ਭਾਵ ਸਿੱਖ ਤੋਂ ਗੁਰੂ ਜੀ ਸੁਣ ਕੇ ਤੇ ਬੋਲੇ ਬਚਨ ਤੇ ਕਹਿਣ ਲੱਗੇ, ਸੋ ਗੁਰ ਸਿੱਖ ਤਨ ਜੋਏ। ਵੀ ਸੋ ਕਹੀਏ ਸ੍ਰੇਸ਼ਟ, ਸ੍ਰੇਸ਼ਟ ਜਿਹੜਾ ਤੇਰਾ ਸਿੱਖ, ਇਹ ਸਿੱਖ ਜਿਹੜਾ ਸ੍ਰੇਸ਼ਟ ਤੇਰਾ ਧਨ ਆ ਨਾ, ਉਹ ਸਰੀਰ ਜਿਹੜਾ ਤਨ ਕਈ ਸਰੂਪ ਹੈ, ਸਿੱਖ ਜਿਹੜਾ ਤੇਰਾ ਸਰੂਪ ਆ ਨਾ, ਆਤਮ ਸਰੂਪ, ਜੋ ਇਹ ਜੋ ਤੂੰ ਤੱਕ ਲਿਆ ਆ, ਇਹੀ ਸੋ ਕਹੀਏ ਸ੍ਰੇਸ਼ਟ ਆ। ਜਿਹੜਾ ਆਪਣਾ ਸ੍ਰੇਸ਼ਟ ਸਰੀਰ ਤੋਂ ਆਪਣਾ ਤਨ ਸਰੂਪ ਵੇਖ ਲਿਆ ਨਾ, ਆਪਣੇ ਆਤਮ ਸਰੂਪ ਨੂੰ ਜਾਣ ਲਿਆ, ਇਹੀ ਸ੍ਰੇਸ਼ਟ ਵਿਚਾਰ ਆ। ਤੂੰ ਚੰਗਾ ਹੀ ਕੀਤਾ। ਜਾਂ ਸੋ ਗੁਰ ਸਿੱਖ ਤਨ ਜੋਏ, ਬੋਲੇ ਦਾਸ ਅਨਾਥ ਕਹੈ। ਕਵੀ ਨਾਥਪੁਰੀ ਜੀ ਕਥਨ ਕਰਦੇ ਆ, ਜਦੋਂ ਸ੍ਰੇਸ਼ਟ ਗੁਰਦੇਵ ਦੇ ਦਾਸ ਸੇਵਕ ਅਧਿਕਾਰੀ ਜੋ ਇੱਕ ਇਹ ਤੱਕਿਆ ਜਾਣਿਆ, ਤਾਂ ਫਿਰ ਉਸ ਨੂੰ ਪ੍ਰਭੂ ਵਾਲਾ ਗਿਆਨ ਦਾ ਉਪਦੇਸ਼ ਦਿੱਤਾ। ਗੁਰੂ ਨੇ ਫਿਰ ਉਪਦੇਸ਼ ਦਿੱਤਾ। ਉਹ ਅੱਗੇ ਪ੍ਰੀਖਿਆ ਗੁਰੂ ਜੀ ਲੈਣਗੇ, ਸਾਰਾ ਕੁਝ ਕਹਿਣਗੇ, ਨਾਲੇ ਉਪਦੇਸ਼ ਦੇਣਗੇ ਸਿੱਖ ਨੂੰ। ਹੁਣ ਆਹ ਸਾਰਾ ਅਧਿਆਇ ਭਾਵ ਸਿੱਖ ਨੇ ਉਚਾਰਨ ਕਰਕੇ ਆਪਣੇ ਗੁਰੂ ਨੂੰ ਦੱਸਿਆ ਵਾ। ਸਾਰਾ ਜਿੰਨਾ ਅਧਿਆਇ ਨਾ, ਇਹ ਸਿੱਖ ਨੇ 6 ਅਧਿਆਇਆਂ ਰਾਹੀਂ ਪਹਿਲਾਂ ਦੇ ਪ੍ਰਸ਼ਨ ਉੱਤਰ ਕਰਦਾ ਰਿਹਾ। 7ਵੇਂ ਅਧਿਆਇ 'ਚ ਉਹਨੇ ਸਿੱਖ ਨੇ ਆਪਣਾ ਅਨੁਭਵ ਜਿਹੜਾ ਗਿਆਨ ਹੋਇਆ ਉਹ ਦੱਸਿਆ। ਤੇ ਗੁਰੂ ਜਿਹੜੇ ਸੁਣਦੇ ਰਹੇ ਚੁੱਪ ਕਰਕੇ। ਤੇ ਫਿਰ ਆਪਣੇ ਦਾਸ ਪਾਸੋਂ, ਦਾਸ ਭਾਵ ਆਪਣੇ ਸੇਵਕ ਪਾਸੋਂ ਸੁਣ ਕੇ ਗੁਰੂ ਜੀ ਬੋਲੇ ਆ। ਤੇ ਉਹ ਗੁਰੂ ਜੀ ਇਹ ਬੋਲੇ ਆ ਵੀ ਗੁਰੂ ਕਹਿੰਦੇ ਆ, ਸੋ ਗੁਰ ਸਿੱਖ ਤਨ ਜੋਏ। ਵੀ ਉਹ ਗੁਰੂ ਸਿੱਖ ਦੇ ਜਿਹੜੇ ਤਨ ਕਹੀਏ ਸਰੀਰ ਵੱਲ ਜੋਏ ਕਹੀਏ ਤੱਕਦੇ ਰਹੇ, ਤੇ ਤੱਕ ਕੇ ਬੜੇ ਪ੍ਰਸੰਨ ਹੋਏ ਆ। ਤੇ ਨਾਲ ਹੀ ਫਿਰ ਕਿਹਾ ਵੀ ਸੋ ਗੁਰ ਸਿੱਖ ਤਨ ਜੋਏ, ਵੀ ਇਹ ਸਿੱਖ ਉਹ ਸੋ ਕਹੀਏ ਉਹ ਜਿਹੜਾ ਤੇਰਾ ਤਨ ਕਹੀਏ ਸਰੂਪ ਆ, ਜੋਏ ਕਹੀਏ ਤੂੰ ਤੱਕ ਲਿਆ। ਇਸ ਤੇ ਸਾਨੂੰ ਬੜੀ ਪ੍ਰਸੰਨਤਾ। ਅਸੀਂ ਸਾਡਾ ਤੈਨੂੰ ਦੱਸਿਆ ਹੋਇਆ ਸਾਰਾ ਸਫਲ ਹੋ ਗਿਆ, ਤੈਨੂੰ ਉਪਦੇਸ਼ ਹੋ ਗਿਆ, ਤੇ ਇਸ ਕਰਕੇ ਅਸੀਂ ਪ੍ਰਸੰਨ ਆ। ਸੋ ਗੁਰ ਸਿੱਖ ਤਨ ਜੋਏ। ਫਿਰ ਗੁਰੂ ਨੇ ਇੰਨਾ ਕੁਝ ਕਹਿ ਕੇ ਤੇ ਸਿੱਖ ਜਿਹੜਾ ਸੇਵਕ ਸਿੱਖ ਸੀ, ਉਹਨੂੰ ਆਪਣਾ ਦਾਸ ਜਾਣ ਕੇ ਨਾ, ਅਧਿਕਾਰੀ ਜਾਣ ਕੇ ਜੋਏ ਕਈ ਤੱਕਿਆ। ਤੇ ਫਿਰ ਉਹਨੂੰ ਸੋ ਕਹੀਏ ਸ੍ਰੇਸ਼ਟ ਜਿਹੜੀ ਵਿਚਾਰ ਦੇਣ ਲਈ ਜਿਹੜੇ ਗੁਰੂ ਆ ਅਨਾਥਪੁਰੀ ਜੀ ਕਹਿੰਦੇ, ਫਿਰ ਗੁਰੂ ਜੀ ਬੋਲੇ ਆ ਭਾਵ ਗਿਆਨ ਦਾ ਉਪਦੇਸ਼ ਦਿੱਤਾ। ਉਹ ਕਿੱਥੇ ਦੇਣਗੇ? ਅਗਲੇ ਅਧਿਆਏ 'ਚ। ਇਸ ਪ੍ਰਕਾਰ ਕਹਿੰਦੇ ਵੀ ਉਪਦੇਸ਼ ਦਿੱਤਾ। ਉਹ ਫਿਰ ਗੁਰੂ ਦਾ ਸੰਵਾਦ, ਜਿਵੇਂ ਗੁਰੂ ਨੇ ਜਿਵੇਂ ਉਪਦੇਸ਼ ਦਿੱਤਾ 8ਵੇਂ ਵਿਸ਼ਰਾਮ 'ਚ ਆਏਗਾ। ਹੁਣ ਆਪਾਂ ਇੱਥੇ ਜਿਹੜੀ ਹੈ ਸਮਾਪਤੀ 7ਵੇਂ ਵਿਸ਼ਰਾਮ ਦੀ ਹੋ ਚੁੱਕੀ ਆ। ਏਤ ਸ੍ਰੀ ਵਿਚਾਰ ਮਾਲਾ ਸਿੱਖ ਅਨੁਭਵ ਸਪਤਮੋ ਵਿਸ਼ਰਾਮ ਸਮਾਪਤੰ। ਵਿਚਾਰ ਸ੍ਰੀ ਕਹੀਏ ਸੁਭਾਏਮਾਨ ਵਿਚਾਰ ਮਾਲਾ ਨਾਮੇ ਗ੍ਰੰਥ ਦਾ ਜਿਹੜਾ 7ਵਾਂ ਵਿਸ਼ਰਾਮ ਕਹੀਏ, ਵਿਸ਼ਰਾਮ ਜਦ ਅਧਿਆਏ ਆ, ਉਹ ਇਤੀ ਕਹੀਏ ਇੱਥੇ ਸਮਾਪਤ ਹੋਇਆ। ਇਹਦੀ ਸਮਾਪਤੰ ਕਹੀਏ ਸਮਾਪਤ ਹੋ ਗਿਆ ਹੈ।
ਇਸ ਅਧਿਆਏ ਵਿੱਚ ਸਿੱਖ ਅਨੁਭਵ, ਸਿੱਖ ਦਾ ਜਿਹੜਾ ਅਨੁਭਵ ਗਿਆਨ ਹੋਇਆ ਸਿੱਖ ਨੂੰ, ਉਹ ਵਰਣਨ ਕੀਤਾ। ਉਹ ਸਿੱਖ ਨੂੰ ਜਿੰਨਾ ਅਨੁਭਵ ਹੋ ਗਿਆ ਸੀ ਗੁਰੂ ਨੂੰ ਦੱਸਿਆ ਸੀ, ਤੇ ਉਹ ਦੱਸ ਕੇ ਚੁੱਪ ਕਰ ਗਿਆ। ਫਿਰ ਗੁਰੂ ਅੱਗੋਂ ਜਿਵੇਂ ਬੋਲੇ, ਉਪਦੇਸ਼ ਕੀਤਾ, ਤੇ ਪ੍ਰੀਖਿਆ ਕਰਨਗੇ ਅੱਗੇ, ਜਿਹੜਾ ਉਪਦੇਸ਼ ਦਿੱਤਾ ਉਹਦੀ ਪ੍ਰੀਖਿਆ ਕਰਨਗੇ ਜਿਵੇਂ ਗੁਰੂ। ਉਹ 8ਵੀਂ ਵਿਸਰਾਮ ਚ ਆਏਗਾ। ਹੁਣ ਆਪਾਂ ਇੱਥੇ ਜਿਹੜੀ ਆ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਕਹਿਓ ਸਿੱਖ ਅਨੁਭਵ ਸਭੈ, ਰਹਿਓ ਮੋਨ ਗਹਿ ਸੋਏ, ਬੋਲੇ ਦਾਸ ਅਨਾਥ ਕਹਿ, ਸੋ ਗੁਰ ਸਿੱਖ ਤਨ ਜੋਏ। ਨਿਤ ਸ੍ਰੀ ਵਿਚਾਰ ਮਾਲਾ, ਸਿੱਖ ਅਨੁਭਵ ਸਪਤਮੋ ਵਿਸਰਾਮ ਸਮਾਪਤਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।